हाँ जी स्टार्ट करते हैं आप अज का टॉपिक। ठीक है देखो ਆਪਾਂ ਲੀਨੀਅਰ ਇਕੁਏਸ਼ਨਸ ਸੋਲਵ ਕੀਤੀਆਂ ਸੀ ਪਹਿਲਾਂ। ਠੀਕ ਆ ਤੇ ਮੈਂ ਇਹ ਦੱਸਦਾ ਕਿ ਲੀਨੀਅਰ ਇਕੁਏਸ਼ਨਸ 'ਚ ਅਸੀਂ ਕੀ ਸੋਲਵ ਕੀਤਾ ਸੀਗਾ, ਬਸ ਇਹ ਜ਼ਰੂਰ ਦੇਖ ਲਿਓ। ਹੁਣ ਤੱਕ ਅਸੀਂ ਲੀਨੀਅਰ ਇਕੁਏਸ਼ਨਸ ਇੱਕ ਵੇਰੀਏਬਲ 'ਚ ਵੀ ਸੋਲਵ ਕਰ ਰੱਖੇ ਆ ਕਿ 2x + 5 = ਜੇ 9 ਆ ਤਾਂ x ਕਿੰਨਾ ਆਊਗਾ। ਫਿਰ ਅਗਲਾ ਲੈਕਚਰ ਆਪਾਂ ਬੇਸਿਕ ਮੈਥ ਦੇ ਵਿੱਚ ਹੀ ਲਾਇਆ ਸੀਗਾ ਕੈਟੇਗਰੀ 'ਚ, ਜਿਹਦੇ 'ਚ ਆਪਾਂ ਇਹ ਕਿਹਾ ਸੀ ਕਿ ਜੇ 2x + y = 5 ਆ ਤੇ 7x - 3 = 4 ਆ ਤੇ xy ਕਿਵੇਂ ਨਿਕਲਣਗੇ। ਇਹਨਾਂ ਦੋਵਾਂ ਨਾਲ ਰਿਲੇਟਡ ਸ਼ੀਟਸ ਜਿਹੜੀਆਂ ਨੇ ਉਹ ਤੁਹਾਡੀ ਐਪ ਦੇ ਚੈਟ ਬਾਕਸ ਦੇ ਵਿੱਚ ਪਹੁੰਚਾਤੀਆਂ ਮੈਂ। ਨਾਮ ਆ ਬੇਸਿਕ ਮੈਥ ਸ਼ੀਟ। ਠੀਕ ਆ ਅੱਜ ਹੀ ਅਪਲੋਡ ਹੋਈ ਆ, ਉਹਨੂੰ ਉੱਥੋਂ ਕੱਢ ਕੇ ਪ੍ਰਿੰਟ ਕੱਢਿਆ ਜਾ ਸਕਦਾ ਹੈ। ਠੀਕ ਆ ਚੈਟ ਬਾਕਸ ਦੇ ਵਿੱਚ XY ਵਾਲੇ ਸਵਾਲ ਤੇ ਇਕੱਲੇ X ਵਾਲੇ ਸਵਾਲ ਜਿਹੜੇ ਆ ਉਹ ਆਪਾਂ ਕਰ ਚੁੱਕੇ ਆ। ਇਟ ਮੀਨਸ ਜੇ ਅਸੀਂ X ਵਾਲੇ ਸਵਾਲ ਵੀ ਕਰ ਲਏ ਤੇ ਫਿਰ ਉਹ ਆਪਾਂ XY ਵਾਲੇ ਸਵਾਲ ਵੀ ਕਰ ਲਏ ਤਾਂ ਉਸ ਤੋਂ ਬਾਅਦ ਕੀ ਬਚਦਾ ਹੈ ਆਪਣੇ ਕੋਲ ਕਰਨ ਵਾਸਤੇ। ਉਸ ਤੋਂ ਬਾਅਦ ਬਚਦਾ ਹੈ ਕਿ XY ਵਾਲੀਆਂ ਇਕੁਏਸ਼ਨਸ ਯਾਨੀ ਕਿ ਸਮੀਕਰਨ ਕਿਵੇਂ ਬਣਨਗੇ। ਠੀਕ ਆ ਕਿ ਕਿਸੇ ਇਕੁਏਸ਼ਨ 'ਚੋਂ ਸਾਨੂੰ ਦੇਖ ਕੇ ਕਿਵੇਂ ਪਤਾ ਲੱਗੂਗਾ ਕਿ ਇਹ ਸਵਾਲ ਜਿਹੜਾ ਹੈ ਉਹ XY ਵਾਲਾ ਹੈ। ਸੋ ਇਹ ਜਿਹੜੀ ਸ਼ੀਟ ਆ ਇਹ ਅੱਜ ਤੁਹਾਡੇ ਚੈਟ ਬਾਕਸ 'ਚ ਅਪਲੋਡ ਹੋ ਜੂਗੀ ਸਾਰੀ। ਠੀਕ ਆ ਜਿਹਦੇ 'ਚ ਆਪਾਂ X ਵਾਲੇ ਸਵਾਲ ਵੀ ਕਰ ਲਏ XY ਵਾਲੇ ਤੇ ਇਹ XY ਵਾਲੀ ਹੋਊਗੀ। ਜਿਹਦੇ 'ਚ ਅਸੀਂ ਇਹ ਦੇਖਾਂਗੇ ਕਿ ਬਈ ਜੇ 3x + 4y = 7 ਇਹ ਤਾਂ ਆਲਰੇਡੀ ਕਰ ਚੁੱਕੇ ਆਪਾਂ, ਪਰ ਇਕੁਏਸ਼ਨ ਯਾਨੀ ਕਿ ਸਮੀਕਰਨ ਬਣਾਇਆ ਕਿਵੇਂ ਜਾਂਦਾ ਹੈ ਉਹ ਬੜਾ ਜ਼ਰੂਰੀ ਆ। ਬਿਕੋਜ਼ ਇਹਦਾ ਇਸ ਕਰਕੇ ਜ਼ਰੂਰੀ ਆ ਕਿਉਂਕਿ ਜਿਹੜੇ ਮਰਜ਼ੀ ਪੇਪਰ ਨੂੰ ਦੇਖ ਲਓ ਤੁਸੀਂ। ਕੱਲ੍ਹ ਨਾ ਨੈਬ ਤਹਿਸੀਲਦਾਰ ਦਾ ਪੇਪਰ ਹੋਇਆ ਸੀ ਤੇ ਨੈਬ ਤਹਿਸੀਲਦਾਰ ਦੇ ਪੇਪਰ 'ਚ ਉਹਨਾਂ ਨੇ ਉਹਨਾਂ ਲੋਕਾਂ ਦਾ ਭੁਲੇਖਾ ਤੇ ਕੱਢਤਾ ਜਿਹੜੇ ਕਹਿੰਦੇ ਸੀ ਮੈਥ ਸ਼ਾਰਟਕਟਸ ਨਾਲ ਹੋਣਾ ਹੈ। 40 ਸਵਾਲ ਪਾਏ ਸੀ, ਤਗੜੇ ਤੋਂ ਤਗੜੇ ਬੰਦੇ ਪੇਪਰ 'ਚ ਇਸ ਕਰਕੇ ਪਿਛੜ ਗਏ ਕਿ ਜੀ ਮੈਥ ਰੀਜ਼ਨਿੰਗ ਨਹੀਂ ਸੀ ਆਉਂਦਾ। ਨਾਲੇ ਉਹ ਬੰਦੇ ਜਿਹੜੇ ਮੈਥ ਰੀਜ਼ਨਿੰਗ ਨੂੰ ਕਹਿੰਦੇ ਸੀ ਕਿ ਸ਼ਾਰਟਕਟ ਨਾਲ ਅਸੀਂ ਫੱਟ ਚੱਕ ਦਾਂਗੇ ਫੱਟੇ, ਇੱਕ ਉਹਨਾਂ ਨੇ ਚਿਣਕੇ 40 ਸਵਾਲ ਲੱਭੇ, ਚਿਣਕੇ ਉਹ ਸਵਾਲ ਪਏ ਜਿਨ੍ਹਾਂ 'ਚ ਸ਼ਾਰਟਕਟ ਚੱਲ ਹੀ ਨਹੀਂ ਸੀ ਸਕਦੇ ਤੇ ਪੂਰਾ ਤਸੱਲੀ ਨਾਲ ਵਹਿਮ ਕੱਢਿਆ ਲੋਕਾਂ ਦਾ, ਤਾਂ ਜੋ ਇਹ ਤਾਂ ਪਤਾ ਲੱਗ ਜੇ ਕਿ ਜਿਹਨੇ ਮੈਥ ਕਰਨਾ ਹੈ ਤਾਂ ਬੇਸਿਕਸ ਤੋਂ ਕਰਨਾ ਹੈ, ਅਦਰਵਾਈਜ਼ ਮੈਥ ਕਰਨ ਦਾ ਕੋਈ ਫਾਇਦਾ ਹੀ ਨਹੀਂ। ਸਮਾਂ ਨਹੀਂ ਖਰਾਬ ਕਰਦੇ ਆਪਾਂ। ਹੁਣ ਆਹ ਸਵਾਲ ਆ ਕੋਈ ਪ੍ਰੋਬਲਮ ਨਹੀਂ, ਆਪਾਂ ਕਿਸੇ ਤੋਂ 2 ਮਿੰਟ ਲੇਟ ਸਵਾਲ ਕਰ ਲਾਂਗੇ। ਕੱਲ੍ਹ ਵੀ ਐਵੇਂ ਹੋਇਆ, ਜਿਨ੍ਹਾਂ ਨੇ ਸਵਾਲ ਕਰਨੇ ਸੀ 20 ਮਿੰਟ 10 ਮਿੰਟ ਵੱਧ ਲੱਗੇ ਹੋਣਗੇ ਕਰ ਲਏ, ਤੇ ਸ਼ਾਰਟਕਟ ਵਾਲਿਆਂ ਨੇ ਜਦੋਂ 8-9 ਸ਼ਾਰਟਕਟ ਇੱਕ ਸਵਾਲ ਤੇ ਲਾ ਦੇ ਤੇ ਸਵਾਲ ਫਿਰ ਵੀ ਨਹੀਂ ਨਿਕਲਿਆ। ਫਿਰ ਸਮਝ ਆ ਗਈ ਕਿਉਂਕਿ ਅਗਲੇ ਨੇ ਸਵਾਲ ਪਾਈ ਇਸ ਤਰੀਕੇ ਨਾਲ ਸੀ, ਲੜੀ ਇਸ ਤਰੀਕੇ ਨਾਲ ਬਣਾਈਆਂ। ਪੇਪਰ ਵੀ ਸ਼ੇਅਰ ਕਰ ਦੂੰਗਾ, ਪੇਪਰ ਵੀ ਅੱਜ ਆ ਗਿਆ, ਕੁਐਸਚਨ ਪੇਪਰ ਉਹਨਾਂ ਨੇ ਕਰਤਾ ਰਿਲੀਜ਼, ਆਨਸਰ ਕੀਜ਼ ਵੀ ਕਰਤੀਆਂ ਰਿਲੀਜ਼, ਭੁਲੇਖੇ ਵੀ ਰਿਲੀਜ਼ ਕਰਤੇ, ਸਭ ਵਹਿਮ ਦੂਰ ਕਰਤੇ। ਬੇਸਿਕ ਇਹੀ ਆ ਕਿ ਕਿਸੇ ਸਬਜੈਕਟ ਨੂੰ ਪੜ੍ਹਨਾ ਹੈ ਤਾਂ ਪੂਰੇ ਬੇਸਿਕਸ ਤੋਂ ਚੱਲੋ, ਅਦਰਵਾਈਜ਼ ਕੋਈ ਇਲਾਜ ਨਹੀਂਗਾ, ਨਹੀਂ ਤਾਂ ਰੁਲ ਜਾਓਗੇ ਤੁਸੀਂ। ਆ ਜਾਓ ਜੀ ਹੁਣ ਅੱਗੇ। ਕਹਿੰਦਾ ਜੀ 4 ਬੈਗ ਤੇ 3 ਬਾਕਸ ਨੇ, 4 ਬੈਗਸ ਤੇ 4 ਬੈਗ ਤੇ 3 ਬਕਸੇ, ਇਹਨਾਂ ਦੀ ਕੀਮਤ 555 ਰੁਪਏ ਆ। ਹੁਣ ਮੈਨੂੰ ਇੱਕ ਗੱਲ ਦੱਸੋ, ਇੱਕ ਬੈਗ ਆ ਇੱਕ ਬਕਸਾ ਹੈ, ਜੇ ਇੱਕ ਬੈਗ ਦੀ ਕੀਮਤ 20 ਰੁਪਏ ਆ ਤਾਂ 3 ਬੈਗਾਂ ਦੀ ਕੀਮਤ ਕਿੰਨੀ ਹੋਊਗੀ 60 ਰੁਪਏ। ਮੈਥਸ ਨੂੰ ਲੈ ਕੇ ਮੈਂ ਕਲੀਅਰ ਕਰ ਦੱਸਦਾ ਕਿ ਹੁਣ ਤੁਹਾਨੂੰ ਮੈਥਸ ਦੀਆਂ ਸ਼ੀਟਾਂ ਵਾਸਤੇ ਜਾਂ ਮੈਥਸ ਦੀ ਬੁੱਕ ਰਿਕਮੈਂਡ ਕਰਾਉਣ ਦੀ ਕੋਈ ਲੋੜ ਹੀ ਨਹੀਂ। ਸਾਰੇ ਦੀਆਂ ਸਾਰੀਆਂ ਸ਼ੀਟਸ ਜਿਵੇਂ ਜੇ ਤੁਸੀਂ ਆਪਣੇ ਚੈਟ ਬਾਕਸ ਨੂੰ ਖੋਲੋਗੇ ਨਾ ਐਪ ਦੇ ਨੂੰ, ਉਹਦੇ 'ਚ ਸਿੰਪਲੀਫਿਕੇਸ਼ਨ ਲੈਵਲ ਸਿੰਪਲੀਫਿਕੇਸ਼ਨ 1 ਸਿੰਪਲੀਫਿਕੇਸ਼ਨ 2 ਦੀ ਸ਼ੀਟ ਆਲਰੇਡੀ ਆ ਚੁੱਕੀ ਆ। ਲੀਨੀਅਰ ਇਕੁਏਸ਼ਨ ਵਾਲੀ ਬੇਸਿਕ ਮੈਥ ਨਾਮ ਦੀ ਸ਼ੀਟ ਵੀ ਆ ਚੁੱਕੀ ਹੈ ਤੁਹਾਡੇ ਕੋਲ। ਠੀਕ ਆ ਨਾਲ ਦੀ ਨਾਲ ਸ਼ੀਟਸ ਅਵੇਲੇਬਲ ਹੋਈ ਜਾਣਗੀਆਂ, ਸਾਰੀ ਦੀਆਂ ਸਾਰੀਆਂ ਸ਼ੀਟਸ ਬਿਲਕੁਲ। ਉਹਦੇ ਵਾਸਤੇ ਤੁਹਾਨੂੰ ਕਿਸੇ ਦੇ ਮੂੰਹ ਵੱਲ ਦੇਖਣ ਦੀ ਲੋੜ ਨਹੀਂ, ਨਾ ਹੀ ਰੀਜ਼ਨਿੰਗ ਨਾ ਹੀ ਮੈਥ। ਬਾਕੀ ਜਿੱਥੋਂ ਤੱਕ ਗੱਲ GS ਦੇ ਸਬਜੈਕਟਾਂ ਦੀ ਆ ਉਹ ਮੈਂ ਤੁਹਾਨੂੰ ਨਾਲ ਦੀ ਨਾਲ ਉਹਦੀਆਂ ਬੁੱਕਸ ਵਗੈਰਾ ਦੱਸਦਾ ਹੀ ਜਾਊਂਗਾ। ਠੀਕ ਆ ਹੁਣ ਆ ਜਾਓ ਜੀ ਇੱਥੇ। ਮੰਨ ਲਓ ਇੱਕ ਬੈਗ ਦੀ ਕੀਮਤ 20 ਰੁਪਏ ਆ ਤਾਂ 3 ਬੈਗਾਂ ਦੀ ਕੀਮਤ ਕਿੰਨੀ ਹੋਊਗੀ 3 × 20 60। ਆ ਜਾਓ ਕਹਿੰਦਾ 5 ਬੈਗ 4 ਬੈਗ ਨੇ, ਤੁਸੀਂ ਇਹ ਮੰਨ ਕੇ ਚੱਲੋ ਕਿ ਇੱਕ ਬੈਗ ਦੀ ਕੀਮਤ X ਰੁਪਏ ਆ ਤਾਂ 4 ਬੈਗਾਂ ਦੀ ਕੀਮਤ ਕਿੰਨੀ ਹੋਊਗੀ 4 × X ਹੋਊਗੀ ਕਿ ਨਹੀਂ। 4 ਬੈਗਾਂ ਦੀ ਕੀਮਤ ਹੋਊਗੀ 4 × X। ਠੀਕ ਆ 4 ਬੈਗਾਂ ਦੀ ਕੀਮਤ 4 × X। ਇਸ ਤੋਂ ਬਾਅਦ ਇੱਕ ਬਾਕਸ ਦੀ ਕੀਮਤ, ਇੱਕ ਡੱਬੇ ਦੀ ਕੀਮਤ ਜੇ Y ਰੁਪਏ ਆ ਤਾਂ 3 ਡੱਬਿਆਂ ਦੀ ਕੀਮਤ ਕਿੰਨੀ ਹੋਊਗੀ 3 × Y 3 × Y। 4 ਬੈਗ ਜਮਾ 3 ਬਾਕਸ ਬਰਾਬਰ ਹੈ, ਇਹਨਾਂ ਦੀ ਟੋਟਲ ਕੀਮਤ ਕਿੰਨੀ ਦਿੱਤੀ ਹੋਈ ਆ 555 ਰੁਪਏ। ਵਾਹੀ ਦਿੱਤੀ ਆ 555 ਰੁਪਏ। ਅੱਗੇ ਆ ਜਾਓ 3 ਬੈਗ ਤੇ 4 ਡੱਬੇ, ਇੱਕ ਬੈਗ ਦੀ ਕੀਮਤ X ਆ ਤੇ 3 ਬੈਗਾਂ ਦੀ ਕਿੰਨੀ ਹੋਊਗੀ 3X। ਇੱਕ ਬੈਗ ਦੀ ਕੀਮਤ ਜੇ Y ਰੁਪਏ ਆ ਤਾਂ 4 ਬੈਗਾਂ ਦੀ ਕਿੰਨੀ ਹੋਊਗੀ 4 ਆ ਨਾ ਬੈਗ। ਹੁਣ 4 ਬਾਕਸ ਆ, 4 ਬਾਕਸਾਂ ਦੀ ਕਿੰਨੀ ਹੋਊਗੀ 4Y। ਇਹ ਕੁੱਲ ਕੀਮਤ ਕਿੰਨੀ ਦਿੱਤੀ ਹੋਈ ਆ 460। ਬਈ ਇੱਕ ਗੱਲ ਦੱਸੋ, ਆਹ ਕੱਲ੍ਹ ਸੋਲਵ ਨਹੀਂ ਕਰਿਆ ਤੁਸੀਂ? ਬੜੇ ਆਰਾਮ ਨਾਲ ਤੁਸੀਂ ਇੱਥੋਂ X ਤੇ Y ਕੱਢ ਸਕਦੇ ਹੋ। ਕਿਵੇਂ? ਤੁਸੀਂ ਇਹ ਦੇਖੋ, ਪਹਿਲਾਂ ਤੁਸੀਂ ਇਹ ਨਿਸ਼ਾਨਾ ਲਾਓ ਕਿ X ਵਾਲੇ ਬਰਾਬਰ ਕਰਨੇ ਆ ਕਿ Y ਵਾਲੇ। ਜਿੱਥੇ ਕੋਈ ਫਰਕ ਜਿਹਾ ਨਾ ਪੈਂਦਾ ਹੋਵੇ ਫਿਰ Y ਵਾਲੇ ਕਰ ਲਿਆ ਕਰੋ, ਵੈਸੇ ਭਾਵੇਂ X ਵਾਲੇ ਕਰ ਲਿਆ ਕਰੋ, Y ਵਾਲੇ ਕਰ ਲਓ। Y ਦੇ ਅੱਗੇ 3 ਆ, Y ਦੇ ਅੱਗੇ 4 ਆ, ਇੱਕੋ ਹੀ ਤਰੀਕਾ ਬਰਾਬਰ ਕਰਨ ਦਾ। ਉੱਪਰਲੇ ਨੂੰ ਕਿੰਨੇ ਨਾਲ ਗੁਣਾ ਕਰ ਲਓ
4 ਨਾਲ, ਤੇ ਥੱਲੇ ਨੂੰ ਕਿੰਨਾ ਗੁਣਾ ਕਰ ਲਓ 3 ਨਾਲ करके देखो जो होंगे तो उपरला की आ गया। एक सवाल मेरा फर्ज भी बनता, बेशक मैंने पता कि कराना चाहिए नहीं पर फिर भी चलो करा दिंने आ। 4 ਨਾਲ गुणा करके तो 555 गुणा 4, एक जरा कैलकुलेटर खोल लो ताकि कैलकुलेशन ईजी हो जाए। दसो कि 555 गुणा 4 कितना होंगे? 500 गुणा 200 ਦੇ 2000, 2000 ਦਾ 2200 ਤੇ 2200 ਦੇ ਉੱਪਰ 20, 2220 सही है ना। अगे आ जाओ, थले वाली 3 ਨਾਲ गुणा किया कितना आ गया 9x बराबर है प्लस कितना आ गया 12y बराबर है 460 गुणा 3 कितना होंगे 1380। आ चको जी, आ गया 1380 माइन उपर भी 12y थले भी, वो दोवों के चिन्ह साइन सेम आ 12y तो 12y। प्लस करिए कि माइनस माइनस, जे सोवां के साइन अड्डो अड्ड होंगे फिर माइनस, जे दोवां के साइन इक्को जे फिर की करीदा, जे दोवां के साइन इक्को जे फिर माइनस, जे दोवां के साइन अड्डो अड्ड फिर की करीदा प्लस। इत्थे माइनस करो, उपरले जो थलड़ा 16 च 9 कटाए कितना आ गया 7x, 12y चो 12y खत्म। हाँ 2220 चो 1380 घटाओ 840, ये आ गया जी 840, ये 840 आ गया। जे 840 आ गया x 7 ਨਾਲ गुणा हो रहा है, परले पासे जाके की हो जाऊगा भला डिवाइड 840 बटे 7, ये कितना आ गया जी 120 आ गया जी। x अपने को 120 आ गया। जे x अपने को 120 आ गया, इत्थे x पुट करो, इत्थे की पुट करो x पुट करो। वैसे भी उन्होंने कहा एक बैग की कीमत दसो, तो बैग की कीमत को आप x लैके चले थे y लैके चले थे x, बैग की कीमत x तो x आ गया 120। जवाब तो अपना इत्थे खत्म हो गया, ये बी आंसर 120 थे, तो जवाब तो इत्थे खत्म हो गया। पर जे x आ गया अपने को 120 तो x की वैल्यू किसी भी एक इक्वेशन च पुट कर दो। 4 गुणा 120 कितना आ गया 480 जमा 3y बराबर है 555। 400 भी उधर जाके माइनस हो गया, 555 चो 480 उधर जाके घटाओ कितना बनया 400, 555 चो 480 घटाओ कितना बन गया 75। इत्थों y कड्डो कितना आ गया 75 बटे 3 कितना आ गया 25। वो कितना आ गया 75 बटे 3 कितना आ गया 25। ਇਹਦਾ मतलब एक बैग की कीमत आ, एक बैग की कीमत सीगी 120 रुपए, एक बक्से की कीमत कितनी सीगी 25 रुपए। की पता एक बैग की कीमत पूछ लेंदे, की पता एक बक्से की कीमत पूछ लेंदे। सवाल पूछने वाला पता की पूछ सकता 5 बैग ते 10 बक्सियां की कीमत दसो, 5 बैग अते 10 बक्सियां की कीमत। फिर तुसीं इत्थे थोड़ा रुकना सी, 5 बैग ते 10 बक्से, रब भला करे 12 5 600 रुपया तुहाडा खर्चा इत्थे आ गया, 250 इत्थे आ गया, फिर आंसर आ जाता 850। जे पुछया हुंदा तां सवाल पूछण वाले दी सोच ते नहीं ना रुक सकते कि कित्थे करूगा जाके, कित्थों तक अटकूगा। पहला सवाल पूरा मैं तां करवाता कि मैं तुहानूं एक्स वाई भी सॉल्व कराते। वैसे इस तो उपरली वीडियो जिहड़ी आ वो एक्स वाई हल करवाउंदी आ, उस तो जिहड़ी उपर वीडियो सी वो कल्ले एक्स हल करवाउंदी आ। सो अपनियां 2 वीडियोज़ जिहड़ियां ने वो इस सवाल तो अगे स्टार्ट होंदियां है। तो अज के लैक्चर का मकसद आ लाइन पढ़ के आ एक्स वाई बनाने। अज मैं इन्ना ही काम कराना है, अज मैं सवाल नहीं कराने, अज मैं सिर्फ इन्ना काम कराना है। पिछलियां 3 वीडियो मिल के तुहाडा सारा ਜਿਹੜੇ ਬੱਚਿਆਂ ਦੇ पेपर 'ਚ ਲੀਨੀਅਰ ਇਕੁਏਸ਼ਨ ਆਉਣਾ ਹੈ, ठीक है ना, ਤਾਂ ਲੀਨੀਅਰ ਇਕੁਏਸ਼ਨ हल हो जाऊगा। जिन्हां ਦੇ पेपर 'ਚ बेसिक मैथ्स आ ਉਹਨਾਂ ਨੂੰ ਇਕੁਏਸ਼ਨਾਂ ਬਣਾਉਣੀਆਂ ਆ ਜਾਣਗੀਆਂ। ਚੱਲੀਏ ਆਪਾਂ ਅੱਗੇ ਨੈਕਸਟ। ਇਹ ਸਵਾਲ ਨੂੰ ਆਪਾਂ ਪੂਰਾ ਹੱਲ ਕੀਤਾ, ਅਗਲੇ ਨੂੰ ਆਪਾਂ ਬਿਲਕੁਲ ਵੀ ਪੂਰਾ ਹੱਲ ਨਹੀਂ ਕਰਨਾ, ठीक है जी। ਲਓ ਜੀ ਅਗਲਾ ਸਵਾਲ ਮੈਨੂੰ ਕਰਕੇ ਦਿਓ ਹੁਣ ਕੀ ਕਰਨਾ ਆਪਾਂ ਇਹਦੇ 'ਚ। A boy was asked to multiply a certain number by 53. He multiplied it by 35 and got the answer less than the corrected one by 1206. Find the number to be multiplied. ठीक है, मतलब ये आ जे पंजाबी च पढ़ने वाले आ कि एक लड़के नूं एक निश्चित संख्या नूं 53 नाल गुणा कर ली गया। जनाब ने कर किन्ने नाल गुणा दिता 35 नाल। ਉਹਦਾ आंसर ਵੱਧ ਆਉਣਾ ਸੀ ਕਿ ਘੱਟ ਆਉਣਾ ਸੀ बई ਜਿਹੜੇ नंबर ਨੂੰ ਤੁਸੀਂ 53 ਨਾਲ गुणा करना सी कर किहदे नाल दिता 35 नाल, ते तुहाडा आंसर कितना घट आया 1206। वो नंबर कितना सी जिहदे नाल गुणा करना सीगा नहीं पता ना x। तुसीं उस नंबर ਨੂੰ किन्ने नाल गुणा करता 53 नहीं, तुसीं किन्ने नाल गुणा करता ਉਹਨੂੰ अच्छा किन्ने नाल गुणा करना सी 53 नाल। तुहाडा आंसर होना चाहिए सी 53 गुणा x। ਉਹ ਤੁਸੀਂ आंसर गुणा करके किहदे नाल दिता 35 नाल, ते तुहाडा आंसर कितना आ गया 35 गुणा x। 53x ਤੁਹਾਡਾ ਆਨਸਰ ਹੋਣਾ ਚਾਹੀਦਾ ਸੀ, 35x ਤੁਹਾਡਾ ਆਨਸਰ ਆ ਗਿਆ। ਇਹਨਾਂ ਦੋਵਾਂ ਦੇ ਵਿਚਲਾ ਫਾਸਲਾ ਕਿੰਨਾ ਹੈ? ਵਾਟ ਇਜ਼ ਦੀ ਡਿਫਰੈਂਸ ਬਿਟਵੀਨ ਦੋਵੇਂ ਆਨਸਰਸ? ਕਿੰਨਾ ਹੈ ਦੋਵਾਂ ਆਨਸਰ ਦੇ ਵਿੱਚ 1206। ਇਹਨਾਂ ਦੋਵਾਂ ਦੇ ਵਿਚਲਾ ਅੰਤਰ ਬਰਾਬਰ ਹੈ 1206। ਕੀ ਉਹ ਲਿਖੀ ਹੋਈ ਅੰਗਰੇਜ਼ੀ ਨੂੰ ਤੁਸੀਂ ਪੰਜਾਬੀ 'ਚ ਤਬਦੀਲ ਕਰਕੇ ਮੈਥ 'ਚ ਤਬਦੀਲ ਕਰਕੇ ਐਵੇਂ ਲਿਖ ਨਹੀਂ ਸਕਦੇ?
लिख सकते हो ना कि किवें लिखी हुई इंग्लिश नूं ਡੀਕੋਡ करो तोड़ो तो उन्होंने किहदे च तब्दील कर दो पंजाबी च मैथ च आ चुको जी इत्थों एक्स कढ़ लोगे इत्थों जिहड़ा तुहाडा एक्स आऊगा ये पिछले सवालों नाल कि एक्स के समीकरण किवें हल करने आ ते तुसीं आप दसो इहो ਜਿਹੇ सवाल तुहानूं पेपरां च आउंदे आ एडा सौखा नहीं आता एडे सौखे सवाल आते P-SSB टाइप च पर PPSC दी सवाल की शुरुआत इत्थों हुंदी तो है ना तो जे इत्थों शुरुआत हुंदी है तो सानूं ये करने चाहिए है ठीक है। तुसीं देखो मैं कल ਉਹਦਾ पेपर सीगा अपना नैब तहसीलदार ਦਾ ਉਹਦਾ ਵੈਨ ਡਾਇਗਰਾਮ ਦਾ ਸਵਾਲ ਸੀ ਜਿਹੜੇ ਆਪਾਂ ਐਪ ਦੇ ਵਿੱਚ ਵੈਨ ਡਾਇਗਰਾਮ ਦੀਆਂ 2 ਲੈਕਚਰ ਲਾਏ ਆ ਵੈਨ ਡਾਇਗਰਾਮ ਦੇ ਦੂਸਰਾ ਲੈਕਚਰ ਪੂਰਾ ਸੁਣਿਓ ਦੁਬਾਰਾ ਤੇ ਉਹਦਾ ਸਵਾਲ ਕਰਕੇ ਦੇਖਿਓ ਨੈਬ ਤਹਿਸੀਲਦਾਰ ਵਾਲੇ ਪੇਪਰ ਦਾ ਠੀਕ ਆ। ਅਕਸਰ ਇੱਥੇ ਰੈੱਡ ਜੇ ਕਲਰ ਦੀ ਬੁੱਕ ਹੁੰਦੀ ਹੈ ਜਿਹੜੀ ਮੈਂ ਅਕਸਰ ਰਿਕਮੈਂਡ ਕਰਦਾ ਉਸ ਕਿਤਾਬ ਦੇ ਵਿੱਚੋਂ 40 ਦੇ ਵਿੱਚੋਂ ਨਾ ਕਰਦੇ ਹੋਰ ਨਹੀਂ ਕੁਛ 25 ਸਵਾਲ ਤਾਂ ਉਹਦੇ ਚੋਂ ਹੀ ਸੀਗੇ ਤੇ RS ਅਗਰਵਾਲ ਚੋਂ ਇੱਕ ਵੀ ਨਹੀਂ ਸੀਗਾ ਕਿਉਂਕਿ ਅਸਲ 'ਚ ਕੀ ਆ PPSC ਹਰ ਸਮੇਂ ਨਾਲ ਆਪਣਾ ਲੈਵਲ ਵਧਾਉਂਦੀ ਜਾ ਰਹੀ ਹੈ। ਜੇ ਕੋਈ ਚੀਜ਼ ਮੈਂ ਰਿਕਮੈਂਡ ਕਰਦਾ ਨਾ ਤਾਂ ਉਹਦਾ ਮਕਸਦ ਇਹ ਆ ਕਿ ਤੁਹਾਨੂੰ ਇਹ ਨਹੀਂ ਹੁਣ ਮੈਨੂੰ ਇੱਕ ਗੱਲ ਦੇਖੋ ਹੁਣ ਕੋਈ ਕਹਿ ਦੂਗਾ ਉਹ 'ਚੋਂ ਪੜ੍ਹ ਲਓ PPSC ਨੇ ਅੱਗੇ ਨੂੰ ਵਧਣਾ ਹੈ PPSC ਨੂੰ ਅੱਗਿਓਂ ਜਾ ਕੇ ਫੜੋ ਤਾਂ ਸਮਝ ਆਊਗੀ ਬੈਕ ਤੋਂ ਉਹਨੂੰ ਪੜ੍ਹੀ ਜਾਓਗੇ ਉਹਦਾ ਕੋਈ ਮਤਲਬ ਹੀ ਨਹੀਂ ਬਣਦਾ ਠੀਕ ਆ। ਸੋ ਬੜੇ ਧਿਆਨ ਨਾਲ ਉਹ ਕਿਤਾਬ ਇੰਗਲਿਸ਼ 'ਚ ਆ ਬਟ ਜਿਹੜੀ ਆਪਾਂ ਸ਼ੀਟਸ ਤਿਆਰ ਕਰ ਰਹੇ ਹਾਂ ਉਹਨਾਂ ਨੂੰ ਲੈ ਕੇ ਵੀ ਵਰੀ ਨਾ ਹੋਇਓ ਉਹ ਸਾਰੀਆਂ ਉਸ ਕਿਤਾਬ ਦੀਆਂ ਸ਼ੀਟਸ ਮੈਂ ਪੰਜਾਬੀ 'ਚ ਤਕਰੀਬਨ ਤਿਆਰ ਕਰਵਾ ਕੇ ਆਪਣੇ ਟੈਸਟ ਸੀਰੀਜ਼ ਦੇ ਕੁਐਸਚਨਸ ਉੱਥੇ ਹੀ ਤਿਆਰ ਕਰ ਰਹੇ ਹਾਂ ਸੋ ਤੁਹਾਡੇ ਤੱਕ ਉਹ ਅਵੇਲੇਬਲ ਹੋ ਜਾਣਗੀਆਂ ਬਾਇਲਿੰਗੁਅਲ ਇੰਗਲਿਸ਼ ਵਾਲੇ ਪੜ੍ਹਨ ਵਾਲੇ ਉਹ ਕਿਤਾਬ ਜ਼ਰੂਰ ਮੰਗਵਾ ਲਿਓ। ਮੈਂ ਅੱਜ ਫੇਰ ਚੈਟ ਬਾਕਸ 'ਚ ਉਸ ਐਪ ਉਹਦਾ ਕਿਤਾਬ ਦਾ ਰੈੱਡ ਕਲਰ ਵਾਲੀ GRE ਸਪੈਸ਼ਲ ਬੁੱਕ ਆ ਉਹਦਾ ਲਿੰਕ ਸ਼ੇਅਰ ਕਰ ਦੂੰਗਾ ਤਾਂ ਜੋ ਪ੍ਰੈਕਟਿਸ ਕਰਨੀ ਆ ਚੰਗੀ ਕਰੋ ਨਹੀਂ ਤਾਂ ਕਰੋ ਹੀ ਨਾ। ਆ ਜਾਓ ਅਗਲਾ ਸਵਾਲ ਦੋ ਜਾਣੇ ਨੇ ਅੰਗਰੇਜ਼ੀ ਵਾਲੇ ਅੰਗਰੇਜ਼ੀ 'ਚ ਸਵਾਲ ਪੜ੍ਹਨ ਫਿਰ ਪੰਜਾਬੀ ਵਾਲੇ ਪੜ੍ਹਨਗੇ। ਕਹਿੰਦੇ ਜੀ 1/3 of Arun's marks in mathematics ਅਰੁਣ ਦੇ ਹਿਸਾਬ ਦੇ ਨੰਬਰਾਂ ਦਾ 1/3 ਅਰੁਣ ਦੇ ਹਿਸਾਬ ਦੇ ਨੰਬਰਾਂ ਦਾ 1/3 ਠੀਕ ਆ ਐਕਸੀਡਸ ਜ਼ਿਆਦਾ ਹੈ ਕਿਹਦੇ ਤੋਂ ਜ਼ਿਆਦਾ ਹੈ ਉਹਦੇ ਇੰਗਲਿਸ਼ ਦੇ ਨੰਬਰਾਂ ਦੇ ਅੱਧ ਤੋਂ ਉਹਦੇ ਇੰਗਲਿਸ਼ ਦੇ ਨੰਬਰਾਂ ਦੇ ਅੱਧ ਤੋਂ ਕਿੰਨਾ ਜ਼ਿਆਦਾ ਹੈ 30 ਜ਼ਿਆਦਾ ਹੈ। ਕਹਿੰਦਾ ਜੇਕਰ ਉਹਦੇ ਕੁੱਲ ਨੰਬਰ 240 ਇਹਨਾਂ ਦੋਵਾਂ ਵਿਸ਼ਿਆਂ ਚੋਂ ਤਾਂ ਦੱਸੋ ਉਹਦੇ ਇੰਗਲਿਸ਼ ਚੋਂ ਕਿੰਨੇ ਆ ਤੇ ਮੈਥ ਚੋਂ ਕਿੰਨੇ ਆ। ਸਵਾਲ ਨੂੰ ਦੁਬਾਰਾ ਪੜ੍ਹੋ ਪੰਜਾਬੀ 'ਚ ਪੜ੍ਹਨ ਵਾਲੇ ਕਿ ਗਣਿਤ 'ਚ ਅਰੁਣ ਦੇ ਨੰਬਰਾਂ ਦਾ 1/3 1/3 ਆਫ ਦੀ ਨੰਬਰ ਆਫ ਅਰੁਣ ਇਨ ਮੈਥਸ ਬਈ ਮੈਥ 'ਚ ਅਰੁਣ ਦੇ ਨੰਬਰ x ਨੇ ਅੰਗਰੇਜ਼ੀ 'ਚ ਅਰੁਣ ਦੇ ਨੰਬਰ y ਆ ਠੀਕ ਹੈ ਜੀ। ਉਹਦੇ ਮੈਥ ਦੇ ਨੰਬਰਾਂ ਦਾ 1/3 ਕਿੰਨਾ ਹੋਊਗਾ x/3 x ਦਾ 1/3 1/3 ਆਫ x ਦਾ 1/3 ਯਾਨੀ ਕਿ x/3 ਦਾ ਆਫ ਦਾ ਮਤਲਬ ਕੀ ਹੁੰਦਾ ਹੈ ਮਲਟੀਪਲਾਈ ਇਹਦਾ ਮਤਲਬ ਇਹ ਹੋਊਗਾ x/3 ਉਸ ਦੇ ਮੈਥ ਦੇ ਨੰਬਰਾਂ ਦਾ 1/3 ਆ x/3 ਉਹਦੇ ਅੰਗਰੇਜ਼ੀ ਦੇ ਨੰਬਰਾਂ ਦਾ ਅੱਧ ਅੰਗਰੇਜ਼ੀ ਦੇ ਨੰਬਰ ਕਿੰਨੇ ਉਹਦੇ y ਉਹਦਾ ਅੱਧ ਕਿੰਨਾ ਹੋਊਗਾ y/2 x ਦਾ 1/3 ਤੇ y ਦੇ 2 ਚੋਂ ਕੌਣ ਜ਼ਿਆਦਾ ਹੈ ਉਹਦੇ ਮੈਥ ਦੇ 1/3 ਨੰਬਰ ਵੀ ਜ਼ਿਆਦਾ ਨੇ ਮੈਥ ਦੇ ਉਹਦੇ 1/3 ਨੰਬਰ ਆ ਬਣੇ ਅੰਗਰੇਜ਼ੀ ਦੇ ਉਹਦੇ ਅੱਧੇ ਨੰਬਰ ਆ ਬਣੇ ਮੈਥ ਦੇ 1/3 ਨੰਬਰ ਜ਼ਿਆਦੇ ਨੇ। ਜਦੋਂ ਇੱਕ ਚੀਜ਼ ਦੂਜੇ ਤੋਂ ਜ਼ਿਆਦਾ ਹੋਵੇ ਕਵੇ ਜੀ ਮੈਂ 21 ਸਾਲਾਂ ਦਾ ਤੇ ਮੇਰਾ ਛੋਟਾ ਭਰਾ 19 ਸਾਲਾਂ ਦਾ ਹੈ ਤਾਂ ਇੱਕ ਵੱਡਾ ਛੋਟੇ ਤੋਂ ਕਿੰਨਾ ਜ਼ਿਆਦਾ ਹੈ ਕਿੰਨੇ ਸਾਲ ਵੱਡਾ ਹੈ 2 ਕਿਵੇਂ ਪਤਾ ਲੱਗਾ ਦੋਵਾਂ ਨੂੰ ਘਟਾ ਕੇ ਭਈ ਇਹਦੇ ਮੈਥ ਦੇ ਨੰਬਰਾਂ ਦੇ 1/3 ਤੋਂ ਇੰਗਲਿਸ਼ ਦੇ ਨੰਬਰ ਜਿਹੜੇ ਹਾਫ ਨੇ ਉਹ ਘੱਟ ਨੇ ਦੋਵਾਂ ਦੇ ਵਿੱਚ ਦਾ ਅੰਤਰ ਕਿੰਨਾ ਹੈ ਉਹ ਕਿੰਨਾ ਅੰਤਰ ਆ 30 ਦਾ। ਕੀ ਇੱਥੇ ਕ੍ਰੋਸ ਐਲਸੀਐਮ ਲੈ ਸਕਦੇ ਹੋ ਤੁਸੀਂ 3 ਤੇ 2 ਦਾ ਕਿਉਂਕਿ ਤੁਹਾਨੂੰ ਪਤਾ ਜਦੋਂ ਤੱਕ ਐਲਸੀਐਮ ਨਹੀਂ ਲੈਂਦੇ ਆਹ ਚੀਜ਼ ਪਰਲੇ ਪਾਸੇ ਨਹੀਂ ਜਾ ਸਕਦੀ 3 ਤੇ 2 ਦਾ ਐਲਸੀਐਮ 6 ਇੱਧਰ ਕਿੰਨਾ ਆ ਗਿਆ ਆਪਣੇ ਕੋਲ ਇੱਧਰ ਕਿੰਨਾ ਆ ਗਿਆ ਬਰਾਬਰ ਹੈ ਕਿੰਨਾ ਆ ਗਿਆ ਇਟ ਮੀਨਸ 2x - 3y ਬਰਾਬਰ ਹੈ ਕਿੰਨਾ 180। ਅੱਗੇ ਆ ਜਾਓ ਕਹਿੰਦਾ ਉਹਦੇ ਦੋਵਾਂ ਵਿਸ਼ਿਆਂ ਦੇ ਕੁੱਲ ਨੰਬਰ ਕਿੰਨੇ ਆ 240। ਕਿੰਨੀਆਂ ਇਕੁਏਸ਼ਨਾਂ ਬਣ ਗਈਆਂ ਤੁਹਾਡੇ ਕੋਲ 2 ਇੱਕ x + y ਬਰਾਬਰ ਹੈ 240 ਤੇ ਇੱਕ 2x - 3y ਬਰਾਬਰ ਹੈ 180। ਕੀ ਇਦਾਂ ਪੋਸੀਬਲ ਹੈ ਕਿ ਜੇ ਤੁਹਾਡੇ ਕੋਲ 2 ਇਕੁਏਸ਼ਨਾਂ ਬਣਨ ਤਾਂ ਤੁਸੀਂ ਆਪਣੇ ਆਰਾਮ ਨਾਲ x ਤੇ y ਨੂੰ ਹੱਲ ਕਰ ਸਕਦੇ ਹੋ ਇਜ਼ ਇਟ ਪੋਸੀਬਲ ਕਰਦੇ ਰਹੇ ਆਪਾਂ ਇੱਥੋਂ ਆਨਸਰ ਕੱਢਿਓ। ਉਹ ਕਹਿੰਦਾ ਉਹਦੇ ਅੰਗਰੇਜ਼ੀ ਦੇ ਨੰਬਰ ਦੱਸਣੇ ਆ ਜੀ ਬਸ ਇਕੱਲੇ ਅੰਗਰੇਜ਼ੀ ਦੇ ਮਤਲਬ ਆਪਾਂ x ਦੱਸਣਾ ਕਿ y ਦੱਸਣਾ y ਬਾਅਦ 'ਚ y ਕੱਢ ਦਿਓ ਠੀਕ ਆ। ਇਹ ਨਾ ਸੋਚਿਓ ਕਿ ਫਿਰ ਆਪਾਂ y ਨੂੰ ਐਲੀਮੀਨੇਟ ਹੀ ਨਹੀਂ ਕਰਦੇ ਉਹ ਕੋਈ ਚੱਕਰ ਹੀ ਨਹੀਂ ਜੇ y ਨੂੰ ਐਲੀਮੀਨੇਟ ਕਰਨਾ ਸੌਖਾ ਤਾਂ y ਨੂੰ ਕਰੋ ਐਲੀਮੀਨੇਟ x ਕੱਢੋ x ਪੁੱਟ ਕਰਕੇ y ਕੱਢ ਦਿਓ ਉਹ ਸਮਝ ਆਈ ਚੀਜ਼। ਵੈਸੇ ਵੀ ਉਹਨਾਂ ਨੇ ਕਿਹਾ ਕਿ x + y 240 ਆ ਜੇ ਤੁਹਾਡਾ x 200 ਆ ਵੀ ਗਿਆ ਤੇ y ਕਿੰਨਾ ਆ ਜਾਊਗਾ 40
सौखा ही आ, जरूरी नहीं कि एलिमिनेट किनू करना किनू नहीं, रौला ये है ही नहीं। ठीक है, नैक्सट उस तो बाद अगला ये सवाल को आप बाद च करते हैं। ये थोड़ा टिपिकल वन है, बहुत ईजी है भी। ठीक है, बट ये आप हजे पंगा लेंदे ही नहीं। सवाल आ पर इंटरस्टिंग आ सवाल कि एक पाइप आ वो 4/5 भरिया होया है। मतलब एक ना कंटेनर आ, पीपा है पानी का, वो 4/5 भरिया होया है। मैं थोनू ऑप्शन दे देना कि जे तुसी कढ़ना चाहते हो 4/5 ये भिन्न च दिता होया, फ्रैक्शनस दिता होया है। मतलब जे मैनू कोई कहे कि तुहानू ना किसी ने फ्रैक्शन देती है, तुहानू किसी ने की देती है जी, कोई फ्रैक्शन देती है। ठीक है, इस फ्रैक्शन का की मतलब आ 5 चों 4 हिस्से। तुहानू फ्रैक्शन ना समझो भी होवे ना तो हमेशा भी किसी भी फ्रैक्शन या भिन्न नू 100 नाल गुणा कर लिया करो, वो प्रतिशत यानी कि परसेंटेज आ जाता है, सौखा होंदा है। कहता जी एक पाइप आ, एक पानी वाला वो आ टिन आ तेल वाला, वो 80% भरिया होया यानी कि 4/5। ਉਹਦੇ ਚੋਂ ਕਹਿੰਦਾ 4-6 ਬੋਤਲਾਂ ਪਾਣੀ ਦੀਆਂ ਕੱਢੀਆਂ ਜਾਂ ਤੇਲ ਦੀਆਂ ਕੱਢੀਆਂ ਤੇ 4 ਪਾਤੀਆਂ। ਕੁੱਲ ਮਿਲਾ ਕੇ ਕਿੰਨੀਆਂ ਬੋਤਲਾਂ ਕੱਢੀਆਂ? 2। ਕੁੱਲ ਮਿਲਾ ਕੇ ਆਹੀ ਆ। 2 ਬੋਤਲਾਂ ਕੱਢਣ ਤੋਂ ਬਾਅਦ ਉਹ ਰਹਿ ਗਿਆ 3/4। ਕਿੰਨੇ %? 75%। मतलब समझ गए ना, 75% रह गया। ਇਹਦਾ मतलब एक गल तो क्लीयर आ कि ਉਹ 80% ਤੋਂ ਘਟ ਕੇ 75% ਹੋ ਜਾਂਦਾ ਹੈ ਜਦੋਂ ਉਹਦੇ ਚੋਂ ਕਿੰਨੀਆਂ ਬੋਤਲਾਂ ਕੱਢਤੀਆਂ? 2 ਬੋਤਲਾਂ। ਕਿੰਨੀਆਂ ਬੋਤਲਾਂ ਕੱਢਤੀਆਂ? 2 ਬੋਤਲਾਂ। ਤੇ ਸਵਾਲ ਆਪਣੇ ਕੋਲ ਸਿੰਪਲ ਇਹ ਆ ਦੇਖੋ, ਕਹਿੰਦਾ ਟੀਨ 'ਚ ਕਿੰਨੀਆਂ ਬੋਤਲਾਂ ਤੇਲ ਹੋਵੇਗਾ? ਟੀਨ ਵਿੱਚ ਕਿੰਨੀਆਂ ਬੋਤਲਾਂ ਤੇਲ ਹੋਵੇਗਾ? ਬੜਾ ਸਿੰਪਲ ਜਿਹਾ ਸਵਾਲ ਆ ਕਿ ਟੀਨ 'ਚ ਕਿੰਨੀਆਂ ਬੋਤਲਾਂ ਤੇਲ ਆ। ਵੈਸੇ ਚਲੋ ਮੈਂ ਕਰਾਊਂਗਾ ਬਾਅਦ 'ਚ, ਪਰ ਤੁਸੀਂ ਇੱਕ ਗੱਲ ਦੱਸੋ ਕਿ 80% ਤੋਂ ਘਟ ਕੇ 20% ਰਹਿ ਗਿਆ, 75% ਰਹਿ ਗਿਆ, ਕਿੰਨੇ % ਤੇਲ ਨਿਕਲ ਗਿਆ? ਕਿੰਨੇ %? ਜੇ ਉਹਦੇ 'ਚੋਂ 5% ਤੇਲ ਕੱਢਣਾ ਹੈ, ਜੇਕਰ ਉਹਦੇ 'ਚੋਂ ਆਪਾਂ 5% ਤੇਲ ਕੱਢਣਾ ਹੈ ਤਾਂ ਕਿੰਨੀਆਂ ਬੋਤਲਾਂ ਦੀ ਲੋੜ ਪਈ ਆ? 2 ਬੋਤਲਾਂ ਦੀ ਪਈ ਹੈ ਕਿ ਨਹੀਂ? ਜੇ ਮੈਂ 10% ਤੇਲ ਕੱਢਣਾ ਹੋਵੇ ਤਾਂ ਕਿੰਨੀਆਂ ਬੋਤਲਾਂ ਦੀ ਲੋੜ ਪਊਗੀ? 4। ਉਹ ਪਤਾ ਲੱਗ ਗਿਆ, 5% ਤੇਲ ਕੱਢਣ ਵਾਸਤੇ 2 ਬੋਤਲਾਂ ਦੀ ਲੋੜ ਤੇ 10% ਤੇਲ ਕੱਢਣ ਵਾਸਤੇ ਕਿੰਨੀਆਂ ਬੋਤਲਾਂ ਦੀ ਲੋੜ ਪਊਗੀ? 4 ਬੋਤਲਾਂ ਦੀ। ਬਸ ਇੰਨਾ ਦੱਸ ਦਿਓ, ਜੇ 10% ਵਾਸਤੇ 4 ਬੋਤਲਾਂ ਦੀ ਤਾਂ 100% ਲਈ ਕਿੰਨੀਆਂ ਦੀ? 10। ਕਿਉਂਕਿ 10% ਤੇਲ ਕੱਢਣ ਵਾਸਤੇ ਕਿੰਨੀਆਂ ਬੋਤਲਾਂ ਦੀ ਲੋੜ ਪਈ ਆ? 4 ਬੋਤਲਾਂ ਦੀ। ਇਹਨੂੰ 10 ਨਾਲ ਗੁਣਾ ਕਰਿਓ, ਕਿੰਨੇ % ਤੇਲ ਨਿਕਲ ਜੂਗਾ? 100% ਤੇਲ ਕੱਢਣ ਵਾਸਤੇ ਕਿੰਨੀਆਂ ਬੋਤਲਾਂ ਦੀ ਲੋੜ ਪਈ ਆ? 40 ਬੋਤਲਾਂ ਦੀ। 40। ਜੇ ਇੱਕ ਕੰਟੇਨਰ ਨੂੰ ਖਾਲੀ ਕਰਨ ਵਾਸਤੇ 40 ਬੋਤਲਾਂ ਦੀ ਲੋੜ ਪਈ ਆ ਤਾਂ ਭਰਨ ਵਾਸਤੇ ਕਿੰਨੀਆਂ ਬੋਤਲਾਂ ਦੀ ਲੋੜ ਆ? 40 ਹੋਈ। ਸਿੰਪਲ ਜੀ ਗੱਲ ਆ। ਆਨਸਰ ਤੇ ਆ ਗਿਆ, ਪਰ ਇਹਨੂੰ ਆਪਾਂ ਕਰਾਂਗੇ ਬਾਅਦ ਚ। ਆਨਸਰ ਤਾਂ ਸਮਝ ਆ ਗਿਆ, ਹੈ ਤਾਂ ਕੁਝ ਵੀ ਨਹੀਂ ਸੀਗਾ। ਇੱਕ ਕੰਟੇਨਰ ਪਹਿਲਾਂ 80% ਭਰਿਆ ਸੀ, 2 ਬੋਤਲਾਂ ਉਹਨੇ ਘੁਮਾਇਆ ਕਿ 4 ਕੱਢ ਕੇ 6 ਕੱਢ ਕੇ 4 ਪਾਤੀਆਂ ਟਾਈਪ। 5% ਘਟਿਆ ਬਸ, ਉਹ 4/5 ਤੋਂ 3/4 5% ਹੀ ਘਟਿਆ, ਕਿਉਂਕਿ ਮੈਂ ਪਰਸੈਂਟੇਜ 'ਚ ਲੈ ਗਿਆ ਨਾ ਸਵਾਲ ਨੂੰ। 5% ਤੇਲ ਕੱਢਣ ਵਾਸਤੇ 2 ਬੋਤਲਾਂ, 5% ਤੇਲ ਕੱਢਣ ਵਾਸਤੇ 2 ਬੋਤਲਾਂ ਤੇ 100% ਤੇਲ ਕੱਢਣ ਵਾਸਤੇ ਕਿੰਨੀਆਂ ਬੋਤਲਾਂ? 40 ਬੋਤਲਾਂ। ਪਹਿਲਾਂ ਮੈਂ 5% ਦਾ ਹਿਸਾਬ ਲਾ ਲਿਆ, ਫਿਰ ਮੈਂ 10% ਦਾ ਲਾ ਲਿਆ, ਫਿਰ 10 ਨਾਲ ਗੁਣਾ ਕਰਕੇ 100% ਦਾ। ਤੁਸੀਂ ਕਹੋਗੇ ਇੱਥੇ ਕਿਉਂ ਨਹੀਂ ਕਰਾਇਆ? ਕਿਉਂਕਿ ਇਸ ਟਾਈਪ ਦੇ ਸਵਾਲਾਂ 'ਚ ਫਿੱਟ ਨਹੀਂ ਸੀ ਬਹਿ ਰਿਹਾ, ਤਾਂ ਕਰਕੇ ਇਹਨੂੰ ਮੈਂ ਐਕਸ ਦੀ ਹੈਲਪ ਨਾਲ ਨਹੀਂ ਕਰਾ ਰਿਹਾ, ਪਰ ਇਹਦੇ 'ਚ ਲੌਜਿਕ ਜ਼ਰੂਰ ਦੱਸਦਾ। ਕਿਹੜੇ ਚੈਪਟਰ 'ਚ ਫਿੱਟ ਹੋਊਗਾ ਮੈਂ ਉੱਥੇ ਫਿੱਟ ਕਰੂੰਗਾ ਜਾ ਕੇ, ਉਸ ਟੈਕਨੀਕ 'ਚ ਹੀ ਫਿੱਟ ਕਰੂੰਗਾ। ਬਟ ਤੁਸੀਂ ਇਹ ਨਾ ਕਹੋ ਕਿ ਸਵਾਲ ਇਗਨੋਰ ਕਰਕੇ ਆਪਾਂ ਅੱਗੇ ਚੱਲ ਗਏ। ਸਵਾਲ ਦਾ ਆਨਸਰ ਸਮਝ ਆ ਗਿਆ ਨਾ? ਇਹਨੂੰ ਮੈਂ ਫਰੈਕਸ਼ਨ ਵਾਲੇ ਸਵਾਲ 'ਚ ਕਰਾਉਣਾ ਸੀਗਾ, ਇਸ ਕਰਕੇ ਇੱਥੇ ਇਹਦਾ ਬਣਦਾ ਨਹੀਂ ਸੀਗਾ। ਉਹ ਗਲਤੀ ਨਾਲ ਜਿਨ੍ਹਾਂ ਕੋਲ ਜਿਹਨੇ ਸ਼ੀਟ ਬਣਾਈ ਉਹਦੇ ਕੋਲ ਗਲਤੀ ਨਾਲ ਟਾਈਪ ਹੋ ਗਿਆ ਕਹਿ ਸਕਦੇ ਆ, ਬਟ ਇਹਦਾ ਮਤਲਬ ਇਹ ਨਹੀਂ ਕਿ ਸਵਾਲ ਕਰਨਾ ਨਹੀਂ ਆਪਾਂ। ਠੀਕ ਆ, ਓਹ ਸੌਰੀ, ਚਲੋ ਅਭੀ ਗਲਤੀ ਪਤਾ ਲੱਗ ਗਈ। ਠੀਕ ਹੈ, ਆਪਸ਼ਨ ਏ ਇਜ਼ ਦਾ ਕਰੈਕਟ ਆਨਸਰ। ਕਿਸੇ ਬਹਾਨੇ ਤਾਂ ਚਲੋ ਪਤਾ ਲੱਗ ਗਿਆ। ਆ ਜਾਓ ਅੱਗੇ। ਸਵਾਲ ਅਗਲਾ ਵੀ ਆਪਣੇ ਕੋਲ ਫਰੈਕਸ਼ਨ ਦਾ ਹੀ ਆ, ਬਟ ਕੋਈ ਪ੍ਰੋਬਲਮ ਨਹੀਂ, ਗੱਲ ਫਰੈਕਸ਼ਨ ਦੀ ਨਹੀਂ। ਇਹਦੇ 'ਚ ਐਕਸ ਬਣਦਾ ਹੈ, ਇਹਦੇ 'ਚ ਐਕਸ ਬਣੂਗਾ ਤੇ ਬਣਨਾ ਚਾਹੀਦਾ ਵੀ ਆ। ਲਾਓ ਵੀ ਦਿਮਾਗ। ਕਹਿੰਦਾ ਜੀ ਇੱਕ ਪੈਨਸਲ ਆ, 8ਵਾਂ ਹਿੱਸਾ। ਬੜਾ ਇੰਟਰਸਟਿੰਗ ਸਵਾਲ ਆ ਤੇ ਮੈਨੂੰ ਬਹੁਤ ਵਧੀਆ ਲੱਗਦਾ ਇਹੋ ਜਿਹਾ ਫਰੈਕਸ਼ਨ ਦਾ ਸਵਾਲ। ਫਰੈਕਸ਼ਨ ਵਾਲਾ ਚੈਪਟਰ ਵੀ ਸੌਖਾ ਹੋ ਜਾਊਗਾ, ਨਾਲੇ ਇੱਥੇ ਵੀ ਸਮਝ ਆ ਜਾਊਗਾ। ਕਿਸੇ ਨੇ ਤੁਹਾਨੂੰ ਇੱਕ ਗੱਲ ਕਹਿਤਾ, ਸੁਣੋ ਮੇਰੀ ਗੱਲ। ਕਿਸੇ ਨੇ ਤੁਹਾਨੂੰ ਇਹ ਗੱਲ ਕਹਿਤੀ ਕਿ ਜੀ 20% ਪੈਨਸਲ ਕਾਲੀ ਆ, 20% ਜਿਹੜੀ ਪੈਨਸਲ ਆ ਉਹ ਕੀ ਆ ਭਲਾ? ਬਲੈਕ ਆ। 20% ਪੈਨਸਲ ਬਲੈਕ ਆ ਤੇ 40% ਪੈਨਸਲ ਜਿਹੜੀ 50% ਪੈਨਸਲ ਜਿਹੜੀ ਆ ਉਹ ਵਾਈਟ ਆ। 50% ਪੈਨਸਲ ਕਿੰਨੀ ਆ ਜੀ? ਵਾਈਟ ਆ। ਠੀਕ ਆ ਜੀ, ਤਾਂ ਇਹ ਦੱਸੋ 30 ਸੈਂਟੀਮੀਟਰ ਦੀ ਪੈਨਸਲ ਦੇ ਕਿੰਨੇ ਸੈਂਟੀਮੀਟਰ ਜਿਹੜੇ ਆ ਉਹ ਯੈਲੋ ਹੋਣਗੇ? ਕੀ ਹੋਣਗੇ? ਯੈਲੋ। 30 ਸੈਂਟੀਮੀਟਰ ਦੀ ਪੈਨਸਲ, ਫੁੱਲ ਪੈਨਸਲ ਦੇ ਕਿੰਨੇ ਸੈਂਟੀਮੀਟਰ ਯੈਲੋ ਹੋਣਗੇ? ਆਹ 20% ਆ, ਆਹ 50% ਆ। ਕਿੰਨੇ % ਪੈਨਸਲ ਜਿਹੜੀ ਆ ਉਹ ਕਾਲੀ ਆ, ਕਾਲੀ ਤੇ ਚਿੱਟੀ ਆ? 70। ਉਹ ਕਿੰਨੇ %? 70%। 30% ਪੈਨਸਲ ਕੀ ਹੋ ਗਈ ਭਲਾ? ਯੈਲੋ ਆ। ਯਾਰ 20 ਆ ਰਿਹਾ, 50 ਆ ਰਿਹਾ, ਤੇ ਕਿੰਨੇ % ਜਿਹੜੀ ਪੈਨਸਲ ਆ ਯੈਲੋ ਆ? 30%।
ਉਹ ਠੀਕ ਆ, ਕੋਈ ਗਲਤੀ डाउट तो नहीं किसी ਨੂੰ। ਇਹਦਾ मतलब ਕਹਿੰਦੇ ਕੁੱਲ ਲੰਬਾਈ 30 ਸੈਂਟੀਮੀਟਰ ਆ। ਦੱਸੋ ਜੇ ਕੁੱਲ ਲੰਬਾਈ 30 ਸੈਂਟੀਮੀਟਰ ਹੋਵੇ ਤਾਂ 30% ਦੀ ਲੰਬਾਈ ਕਿੰਨੀ ਹੋਊਗੀ? ਜੇ ਕੁੱਲ ਲੰਬਾਈ 30 ਸੈਂਟੀਮੀਟਰ ਆ, ਕੁੱਲ ਲੰਬਾਈ 40 ਮੰਨ ਲਓ, ਸੌਖਾ ਰਹਾਂਗੇ ਆਪਾਂ, ठीक है 40। हाँ जी, ना ना आप उधरले पासे जा ही नहीं रहे, ਆਪਾਂ ਨੂੰ ਉਸ ਸਵਾਲ ਨਾਲ ਕੋਈ ਮਤਲਬ ਨਹੀਂਗਾ, ਠੀਕ ਹੈ। ਆਪਾਂ ਨੂੰ ਕਿਸੇ ਨੇ ਕਹਿਤਾ ਕਿ 60, ਹਾਂ 60 ਸੈਂਟੀਮੀਟਰ ਦੀ ਪੈਨਸਲ ਆ। ਦੱਸੋ ਜੀ 60 ਸੈਂਟੀਮੀਟਰ ਚੋਂ ਕਿੰਨੇ ਸੈਂਟੀਮੀਟਰ ਜਿਹੜੀ ਪੈਨਸਲ ਆ ਉਹ ਯੈਲੋ ਹੋਊਗੀ? ਇਹ ਦੱਸੋ ਪਰਸੈਂਟੇਜ 'ਚ ਕਿੰਨੇ % ਯੈਲੋ ਨਿਕਲ ਕੇ ਆਈ ਆ? 30%। ਮੰਨ ਲਓ ਕੁੱਲ ਪੈਨਸਲ x ਸੈਂਟੀਮੀਟਰ ਦੀ ਆ। ਕਿੰਨੇ ਸੈਂਟੀਮੀਟਰ ਦੀ ਆ? x। ਉਹ ਕਿੰਨੇ ਸੈਂਟੀਮੀਟਰ ਦੀ ਆ? x ਸੈਂਟੀਮੀਟਰ ਦੀ। ਉਸ ਦਾ ਕਿੰਨਵਾਂ ਹਿੱਸਾ ਯੈਲੋ ਆ? ਉਹ ਕਿੰਨਵਾਂ? 30%। ਇੰਗਲਿਸ਼ ਵਾਲੇ ਲਿਖਣਗੇ 30% ਆਫ x ਤੇ ਪੰਜਾਬੀ ਵਾਲੇ ਲਿਖਣਗੇ x ਦਾ 30%। ਦੋਵਾਂ ਨੂੰ ਮੈਥ 'ਚ ਕੋਈ ਗੱਲ ਲਿਖਣੀ ਪਊਗੀ, x ਗੁਣਾ 30/100। ਆਹੀ ਆ ਪਰਸੈਂਟੇਜ ਨੂੰ ਐਵੇਂ ਲਿਖੀਦਾ। ਜੇ ਕਿਸੇ ਨੇ ਕਹਿਤਾ ਜੀ ਫਰੈਕਸ਼ਨਸ ਦਿੱਤਾ ਹੈ, ਫਰੈਕਸ਼ਨ ਸਿੱਧੀ ਲਿਖ ਲਈਦੀ ਆ। ਜੇ ਫਰੈਕਸ਼ਨ 4/9 ਦਿੱਤੀ ਹੋਵੇ ਨਾ ਤਾਂ ਫਰੈਕਸ਼ਨ ਸਿੱਧੀ ਲਿਖ ਲਈਦੀ ਹੈ, x ਗੁਣਾ 4/9। ਪਰ ਜੇ ਪਰਸੈਂਟੇਜ ਹੋਵੇ ਤਾਂ ਬਟੇ 'ਚ 100 ਪਾ ਕੇ ਲਿਖੀਦਾ, ਪਤਾ ਹੀ ਹੈ ਸਾਰਿਆਂ ਨੂੰ। ਇਹ ਪੈਨਸਲ ਦਾ ਉਹ ਹਿੱਸਾ ਹੈ ਜਿਹੜਾ ਕਿਹੜੇ ਰੰਗ ਦਾ ਭਲਾ? ਯੈਲੋ। ਇਹ ਬਰਾਬਰ ਹੈ ਕਿੰਨਾ ਦਿੱਤਾ ਹੋਇਆ ਦੱਸੋਗੇ? 30 ਨਹੀਂ, ਹੁਣ 60। ਇਹ ਕਿੰਨਾ ਦਿੱਤਾ ਹੋਇਆ? ਇਹ 60 ਦਿੱਤਾ ਹੋਇਆ, ਦਿੱਤਾ ਹੈ ਨਾ। ਇਹ ਕਿੰਨਾ ਦਿੱਤਾ ਹੈ? 60। ਕੀ ਇੱਥੋਂ ਐਕਸ਼ਨ ਨਹੀਂ ਨਿਕਲ ਸਕਦਾ? ਕਿਉਂ ਨਹੀਂ ਨਿਕਲ ਸਕਦਾ? 60 ਗੁਣਾ 100 ਬਟੇ ਕਿੰਨਾ ਆ ਗਿਆ? 30। ਇਹਦਾ ਮਤਲਬ ਕਿੰਨਾ ਆਨਸਰ ਆ ਗਿਆ? ਐਕਸ ਕਿੰਨਾ ਆ ਗਿਆ ਆਪਣੇ ਕੋਲ? 200। ਉਹ ਐਕਸ ਕਿੰਨਾ ਆ ਗਿਆ ਆਪਣੇ ਕੋਲ? 200। ਠੀਕ ਹੈ। एक्स सॉरी हाँ एक मिनट उन्होंने क्या 30% सॉरी उन्होंने क्या 30x का 30% मतलब 60 का x का दिता ही है। कुल पेंसिल का अपन लंबाई दी है कि दी हुई है? 60। कुल की लंबाई तो दी हुई है 60। 60 का किन्ने % करना आप? 30%। मतलब कितना हिस्सा आ गया अपने को? 18। कितना आ गया अपने को? 18 सेंटीमीटर। आ समझ आ गई। एक सवाल तो यह आ कि 18 सेंटीमीटर आ गया। आ जिहड़ा मैं सवाल कराउन लगा सी इहदा भी क्वेश्चन बनादा मैं तुहानूं ताकि तुसीं ये कहोगे कि इहदा क्वेश्चन की बनूगा। उहदा क्वेश्चन ये बनूगा कि 20% पेंसिल काली है, 50% पेंसिल की है जी वाइट, ते बची हुई येलो पेंसिल जिहड़ी आ वो 30 सेंटीमीटर लंबी है। सवाल समझ आ गया? द लेंथ ऑफ द रिमेनिंग येलो पोर्शन इज 30 सेंटीमीटर। बची हुई पेंसिल दी लेंथ 30 सेंटीमीटर आ। हुण 30 सेंटीमीटर कुल दी लेंथ द लेंथ ऑफ द रिमेनिंग येलो पोर्शन इज 60 सेंटीमीटर। बची हुई पेंसिल बची हुई पीली पेंसिल दी लंबाई 60 सेंटीमीटर आ। पहला क्वेश्चन सी कि कुल पेंसिल कितनी सेंटीमीटर दी आ? 60 दी। पर हुण क्या कि सिर्फ बची लंबाई जिहड़ी आ वो 60 सेंटीमीटर आ। ਇਹਦਾ मतलब ਹੁਣ ਤੁਸੀਂ ਕਹਿ ਸਕਦੇ ਹੋ ਕਿ ਕੁੱਲ ਪੈਨਸਲ ਕਿੰਨੇ ਮੀਟਰ ਦੀ ਕਿੰਨੇ ਸੈਂਟੀਮੀਟਰ ਲੰਮੀ ਆ? x ਦਾ ਕਿੰਨਵਾਂ ਹਿੱਸਾ ਹੈ? 30%। x ਦਾ 30%। ਇਹ ਉਹ ਪਰਲਾ ਯੈਲੋ ਹਿੱਸਾ ਆ ਗਿਆ। ਇਹ ਕਿੰਨਾ ਦਿੱਤਾ ਹੋਇਆ ਆਪਾਂ ਨੂੰ ਕੁਐਸਚਨ ਦੇ ਮੁਤਾਬਕ? 60। ਇਹ 60 ਦਿੱਤਾ ਹੋਇਆ ਆਪਾਂ ਨੂੰ। ਇਹ ਉਹਨਾਂ ਕੁ ਹਿੱਸਾ 60 ਦਿੱਤਾ ਹੋਇਆ। ਜੇ ਮੈਂ ਦੂਜੇ ਕੁਐਸਚਨ ਤੇ ਜਾਵਾਂ, ਪਹਿਲਾ ਕੁਐਸਚਨ ਕੀ ਸੀਗਾ? ਪਹਿਲਾ ਤਾਂ ਕੁਐਸਚਨ ਹੀ ਬੜਾ ਸਿੰਪਲ ਸੀਗਾ ਕਿ ਪੂਰੀ ਪੈਨਸਲ ਕਿੰਨੇ ਸੈਂਟੀਮੀਟਰ ਦੀ ਆ? 60। 60 ਦਾ ਇੱਕ ਹਿੱਸਾ ਬਲੈਕ ਆ, 50% ਵਾਈਟ ਆ, ਬਚਿਆ ਹੋਇਆ ਕਿੰਨਾ ਹੈ? ਯੈਲੋ। ਤਾਂ 60 ਦਾ ਸਿੱਧਾ ਬਚਿਆ ਹੋਇਆ ਹਿੱਸਾ ਕਿੰਨਾ ਸੀਗਾ? 30%। ਕਿੰਨਾ ਹਿੱਸਾ ਹੈਗਾ? 30%। ਆ ਗੱਲ ਸਮਝ ਆ ਗਈ? ਇਟ ਮੀਨਸ ਕਲੀਅਰ ਹੈ ਗੱਲ। ਇੱਥੋਂ ਆਪਾਂ x ਕੱਢ ਸਕਦੇ ਹਾਂ। ਇੱਥੋਂ ਆਪਾਂ ਨੂੰ ਪੇਪਰ 'ਚ ਪੁੱਛਣਗੇ ਕਿ ਉਸ ਪੈਨਸਲ ਦੀ ਪੂਰੀ ਲੰਬਾਈ ਦੱਸੋ ਕਿੰਨੀ ਆ। ਆ ਸਮਝ ਆ ਗਈ? ਕਲੀਅਰ ਹੈ ਕਨਸੈਪਟ? ਲਓ ਜੀ ਇਹ ਤਾਂ ਆ ਗਿਆ ਸਮਝ। ਜਿਹਨੂੰ ਨਹੀਂ ਵੀ ਆਈ ਨਾ ਸਮਝ ਉਹ ਵੀ ਹੁਣ ਕਲੀਅਰ ਕਰ ਲੂਗਾ ਸਾਰਾ। ਕੋਈ ਬਹੁਤ ਲੰਮਾ ਚੌੜਾ ਕੰਮ ਨਹੀਂ ਗਾ ਇਹਦੇ 'ਚ ਵੀ। ਇਹ ਵੀ ਮੈਂ ਕਲੀਅਰ ਕਰਾ ਦਿੰਦਾ ਹੁਣ ਧਿਆਨ ਨਾਲ। ਪਰ ਆਹ ਸਵਾਲ ਜ਼ਰੂਰ ਕਰਿਓ ਜਿਹੜਾ ਮੈਂ ਹੁਣ ਕਰਾਉਣ ਲੱਗਾ। ਇੱਕ ਪੈਨਸਲ ਪੰਜਾਬੀ ਵਾਲੇ ਪੰਜਾਬੀ 'ਚ ਸਮਝ ਲਓ, ਨੋਟ ਨਹੀਂ ਕਿਸੇ ਨੇ ਕਰਨਾ। ਤੇ ਇਹ ਯਾਦ ਰੱਖਿਓ ਕਿ ਇਸ ਸਵਾਲ ਨਾਲ ਇਹਦਾ ਕੋਈ ਸੰਬੰਧ ਨਹੀਂ ਹਜੇ। ਇਹ ਸਵਾਲ ਤੁਹਾਡਾ ਆਪੇ ਹੋਵੇ ਇਸ ਕਰਕੇ ਮੈਂ ਸਾਰੀ ਭੂਮਿਕਾ ਬੰਨ ਰਿਹਾ ਕਿ 20% ਪੈਨਸਲ ਬਲੈਕ ਆ, 20% ਪੈਨਸਲ ਕੀ ਆ? ਬਲੈਕ ਆ। ਆ ਲਾਈਨ ਹੁਣ ਧਿਆਨ ਨਾਲ ਸੁਣਿਓ। ਬਚੀ ਹੋਈ ਦਾ 40% ਵਾਈਟ ਆ। ਬਚੀ ਹੋਈ ਦਾ 40% ਕੀ ਆ? ਵਾਈਟ ਆ। ਠੀਕ ਆ। ਇੰਗਲਿਸ਼ ਵਾਲੇ ਨੂੰ ਐਵੇਂ ਲਿਖਣਗੇ ਜਾਂ ਐਵੇਂ ਸਮਝਣਗੇ ਕਿ 40% ਆਫ ਦੀ ਰਿਮੇਨਿੰਗ ਇਜ਼ ਵਾਈਟ। ਬਚੀ ਹੋਈ ਦਾ 40% ਕੀ ਆ? ਵਾਈਟ ਆ। ਐਂਡ ਰੈਸਟ ਇਜ਼ ਯੈਲੋ। ਤੇ ਬਚੀ ਹੋਈ ਕੀ ਆ? ਯੈਲੋ ਆ। ਠੀਕ ਆ। ਦ ਰੈਸਟ ਇਜ਼ ਯੈਲੋ। ਇਫ ਟੋਟਲ ਲੈਂਥ ਆਫ ਦੀ ਪੈਨਸਲ ਇਜ਼ if the total length of the pencil is 60 centimeter, what portion of the pencil is yellow? ਜੇਕਰ ਉਸ ਪੈਨਸਲ ਦੀ ਕੁੱਲ ਲੰਬਾਈ 60 ਸੈਂਟੀਮੀਟਰ ਹੈ ਤਾਂ ਕਿੰਨੇ ਸੈਂਟੀਮੀਟਰ ਉਹ ਪੀਲੇ ਰੰਗ ਦੀ ਹੋਵੇਗੀ? ਕੁਐਸਚਨ ਤੇ ਆਓ ਹੁਣ ਧਿਆਨ ਨਾਲ।
ਪਹਿਲਾਂ ਪਤਾ ਕੀ ਸੀ 20% ਕਾਲੀ ਆ 50% ਚਿੱਟੀ ਆ। ਇਸ ਵਾਰ ਕਹਾਣੀ ਪਲਟਤੀ 20% ਕਾਲੀ ਆ ਤੇ ਬਚੀ ਹੋਈ ਦਾ 40% ਚਿੱਟੀ ਆ। ਪਹਿਲਾਂ ਤਾਂ ਸੀ ਕਿ 20 ਆਏ 50 ਆਏ, ਬਚਿਆ ਹੋਇਆ ਕਿੰਨਾ ਹੈ 30। ਸਵਾਲ ਸੌਖਾ ਸੀ ਨਾ। ਇਸ ਵਾਰ ਕੁੰਡੀ ਪੈ ਗਈ। ਜੇ 20% ਇਹ ਆ, ਉਹਨਾਂ ਨੇ ਕਿਹਾ ਬਚੀ ਹੋਈ ਦਾ 40%। ਪਹਿਲਾਂ ਇਹ ਦੱਸੋ ਜਿਹੜੀ ਚੀਜ਼ 20% ਕੱਢ ਲਈ ਉਹਦਾ ਬਚਿਆ ਕਿੰਨਾ 80। ਉਹ ਬਚਿਆ ਕਿੰਨਾ 80। ਉਸ 80 ਦਾ 40%। ਕਿਹਦਾ 40%? 80 ਦਾ 40%। 80 ਦਾ 40%। 80 ਆਫ ਗੁਣਾ 40 ਆ ਬਟੇ %। ਆ ਚੱਕੋ ਕਿੱਡਾ ਬੇਵਕੂਫ ਬਣਾਇਆ। ਦੇਖਣ ਨੂੰ ਉਹ 40 ਲੱਗਦਾ ਸੀ ਪਰ ਅਸਲੀਅਤ 'ਚੋਂ ਕਿੰਨੇ % ਸੀਗਾ 32%। ਇਹ ਕੀ ਹੈ ਜੀ ਵਾਈਟ। ਬਚੀ ਹੋਈ ਦਾ 40% ਮਤਲਬ ਉਹ 32% ਹੀ ਨਿਕਲਿਆ। 32% ਵਾਈਟ। 20 ਤੇ 32 ਕਿੰਨਾ ਹੁੰਦਾ ਹੈ 52। ਕਿੰਨਾ ਹੁੰਦਾ ਹੈ 52। ਤੇ ਹੁਣ ਕਿੰਨਾ ਬਚ ਗਿਆ ਮਗਰ 48% ਕੀ ਹੈ ਜੀ ਉਹ ਪੈਨਸਲ ਯੈਲੋ ਕਲਰ ਦੀ। ਠੀਕ ਆ 48% ਕੀ ਹੈ ਜੀ ਉਹ ਯੈਲੋ ਕਲਰ ਦੀ। ਜੇਕਰ ਉਹ 48% ਯੈਲੋ ਕਲਰ ਦੀ ਆ, ਮੈਂ ਸਵਾਲ ਬਦਲਤਾ ਥੋੜਾ ਜਿਹਾ ਤਾਂ ਕਿ ਇਹ ਸੌਖਾ ਹੋ ਜੇ। 96 ਸੈਂਟੀਮੀਟਰ ਦੀ ਪੈਨਸਲ ਆ। ਕਿੰਨੇ ਸੈਂਟੀਮੀਟਰ ਦੀ ਆ 96 ਸੈਂਟੀਮੀਟਰ ਪੈਨਸਲ ਦੀ ਕੁੱਲ ਲੰਬਾਈ ਆ। ਸਵਾਲ ਸਿਰਫ ਇੰਨਾ ਕਾ ਕਿ ਜੇ 96 ਸੈਂਟੀਮੀਟਰ ਪੈਨਸਲ ਦੀ ਕੁੱਲ ਲੰਬਾਈ ਆ ਤਾਂ ਤੁਸੀਂ ਬਸ ਇਹ ਦੱਸੋ ਕਿ ਉਸ 96 ਸੈਂਟੀਮੀਟਰ ਦੀ ਕੁੱਲ ਲੰਬਾਈ ਚੋਂ ਕਿੰਨਾ ਹਿੱਸਾ ਯੈਲੋ ਕਲਰ ਦਾ ਹੈ ਦੱਸੋ। ਉਹਦਾ ਕਿੰਨੇ % ਕਰਨਾ ਹੈ ਆਪਾਂ 48%। ਕਿੰਨੇ % ਕਰਨਾ ਹੈ 48। ਇਹਦਾ ਮਤਲਬ 96 ਦਾ ਕਿੰਨੇ %? 48। ਮੈਨੂੰ ਇਹ ਦੱਸੋਗੇ ਕਰੋ ਜੀ 96 ਨੂੰ 48 ਨਾਲ ਗੁਣਾ। ਕਿੰਨੇ ਨਾਲ ਗੁਣਾ ਕਰੋਗੇ 96 ਨੂੰ 48 ਨਾਲ ਗੁਣਾ ਕਰਕੇ ਬਟਿਆਂ 'ਚ 100 ਲਾ ਦਿਓ। ਚਲੋ ਤੁਸੀਂ ਇਹ ਮੰਨ ਲਓ ਕਿ ਪੈਨਸਲ 100 ਉਹ ਆ 120 ਉਹਦੇ 19 ਸੈਂਟੀਮੀਟਰ ਦੀ ਆ। ਪੈਨਸਲ ਆਪਣੀ ਹੈਗੀ ਹੈ ਜੀ 50 ਸੈਂਟੀਮੀਟਰ ਦੀ। ਕਾਹਨੂੰ ਚੱਕਰਾਂ 'ਚ ਪੈਂਦੇ ਹੋ। ਪੈਨਸਲ ਕਿੰਨੇ ਸੈਂਟੀਮੀਟਰ ਦੀ ਆ 50 ਸੈਂਟੀਮੀਟਰ ਦੀ। ਤੇ ਹੁਣ 50 ਸੈਂਟੀਮੀਟਰ ਦਾ ਕਿੰਨੇ % ਕਰਨਾ ਹੈ ਆਪਾਂ ਸੌਰੀ ਪੈਨਸਲ 50 ਸੈਂਟੀਮੀਟਰ ਦੀ ਆ। 50 ਸੈਂਟੀਮੀਟਰ ਦਾ ਕਿੰਨੇ % ਕਰਨਾ ਹੈ ਆਪਾਂ 48%। ਉਹ 50 ਦਾ ਕਿੰਨੇ % ਕਰਨਾ ਹੈ 48। ਇਹ ਕਿੰਨੇ ਸੈਂਟੀਮੀਟਰ ਆ ਗਿਆ ਭਲਾ 24। ਕਿੰਨੇ ਆ ਗਿਆ ਆਪਣੇ ਕੋਲ 24। ਆ ਗੱਲ ਸਮਝ ਆ ਗਈ। ਇਟ ਮੀਨਸ 24 ਸੈਂਟੀਮੀਟਰ ਯੈਲੋ ਕਲਰ ਦੀ ਪੈਨਸਲ ਆ। ਕਿੰਨੇ ਸੈਂਟੀਮੀਟਰ 24 ਸੈਂਟੀਮੀਟਰ। ਦੱਸੋ ਜੀ ਆ ਗੱਲ ਕਲੀਅਰ ਹੋ ਗਈ। ਹੁਣ ਮੈਨੂੰ ਇਹੋ ਜਿਹਾ ਇੱਕ ਸਵਾਲ ਆਰਾਮ ਨਾਲ ਕਰਕੇ ਦੇ ਸਕਦੇ ਹੋ ਬੜੀ ਈਜ਼ਲੀ। ਸੇਮ ਡਾਟਾ ਇਹੀ ਆ। ਸੇਮ ਇਸੇ ਡਾਟੇ 'ਤੇ ਮੈਨੂੰ ਇੱਕ ਸਵਾਲ ਹੋਰ ਕਰਕੇ ਦਿਓ। ਕਹਿੰਦੇ ਜੀ ਇੱਕ ਰੋਡ ਆ। ਠੀਕ ਆ ਰੋਡ 20% ਬਲੈਕ ਆ। ਰੋਡ 20% ਕੀ ਹੈ ਜੀ ਬਲੈਕ। ਗੌਰ ਕਰਿਓ 20% ਬਲੈਕ ਆ। ਠੀਕ ਆ ਬਚੀ ਹੋਈ ਦਾ 40%। ਬਚੀ ਹੋਈ ਦਾ ਕਿੰਨਾ ਰਿਮੇਨਿੰਗ ਦਾ 40%। ਜਿਵੇਂ ਆਪਾਂ ਹੁਣ ਸੇਮ ਇਹੀ ਆ ਰਿਮੇਨਿੰਗ ਦਾ 40% ਵਾਈਟ ਆ ਤੇ ਰੈਸਟ ਪੋਰਸ਼ਨ ਇਜ਼ ਯੈਲੋ 1। ਬਚਿਆ ਹੋਇਆ ਕੀ ਆ ਯੈਲੋ 1 ਯੈਲੋ ਆ। ਠੀਕ ਆ ਜੇਕਰ ਕੁੱਲ ਰੋਡ 960 ਸੈਂਟੀਮੀਟਰ ਦੀ ਆ ਤੇ ਯੈਲੋ ਪੋਰਸ਼ਨ ਕਿੰਨੇ ਦਾ ਹੋਊਗਾ। ਜੇਕਰ ਕੁੱਲ ਰੋਡ 960 ਸੈਂਟੀਮੀਟਰ ਦੀ ਆ ਤੇ ਯੈਲੋ 1 ਕਿੰਨੇ ਦਾ ਹੋਊਗਾ। ਇਹ ਬਚੀ ਹੋਈ ਦਾ ਚੱਕਰ ਪੈਂਦਾ ਹੈ। ਦੇਖੋ 20 ਆ ਬਚਿਆ ਕਿੰਨਾ 80। 80 ਦਾ 40% ਕਿੰਨਾ ਹੁੰਦਾ ਹੈ 32 ਨਾ 32। ਇਹ ਆ ਗਿਆ ਯੈਲੋ ਕਿੰਨਾ ਬਚਿਆ ਉਹ ਯੈਲੋ ਕਿੰਨਾ ਬਚਿਆ 48। ਯੈਲੋ ਕਿੰਨਾ ਬਚ ਗਿਆ ਆਪਣੇ ਕੋਲ 48%। ਹੁਣ ਉਹਨਾਂ ਨੇ 960 ਸੈਂਟੀਮੀਟਰ ਕਿਹਦੀ ਲੈਂਥ ਦਿੱਤੀ ਆ ਟੋਟਲ ਦੀ ਲੈਂਥ ਕਿੰਨੀ ਦਿੱਤੀ ਆ 960। ਚਲੋ ਕੁੱਲ ਸੌਰੀ ਟੋਟਲ ਦੀ ਨਹੀਂ। ਇਫ ਦੀ ਰਿਮੇਨਿੰਗ ਯੈਲੋ ਪੋਰਸ਼ਨ ਇਜ਼ ਆਫ 960 ਸੈਂਟੀਮੀਟਰ। ਜੇ ਯੈਲੋ ਪੋਰਸ਼ਨ 960 ਸੈਂਟੀਮੀਟਰ ਦਾ ਹੈ ਫਾਈਂਡ ਦੀ ਟੋਟਲ ਲੈਂਥ ਆਫ ਰੋਡ। ਇਹ ਸਵਾਲ ਆ। ਜੇਕਰ ਯੈਲੋ ਪੋਰਸ਼ਨ 960 ਸੈਂਟੀਮੀਟਰ ਦਾ ਹੈ ਤਾਂ ਕੁੱਲ ਰੋਡ ਕਿੰਨੇ ਸੈਂਟੀਮੀਟਰ ਦੀ ਹੋਊਗੀ। ਹੁਣ ਇੱਕ ਗੱਲ ਦੱਸੋ ਇਹ ਪੋਰਸ਼ਨ ਕਿੰਨਾ ਦਿੱਤਾ ਹੈ ਆ ਯੈਲੋ ਵਾਲਾ ਪੋਰਸ਼ਨ ਕਿੰਨਾ ਦੇ ਰੱਖਿਆ ਤੁਹਾਨੂੰ 960। ਬਈ ਟੋਟਲ ਲੈਂਥ ਦਿੱਤੀ ਹੈ ਇਹਦੀ ਕਿੰਨੀ ਆ ਉਹ ਟੋਟਲ ਕਿੰਨੀ ਮੰਨ ਲਈ ਤੁਸੀਂ x। ਟੋਟਲ ਕਿੰਨੀ ਮੰਨ ਲਈ x ਦਾ ਕਿੰਨੇ % ਹੈ ਨਹੀਂ x ਦਾ ਕਿੰਨੇ % ਹੈ 48। x ਦਾ 48%। ਇਹ ਆ ਗਈ ਯੈਲੋ। ਇਹ ਕਿਹਦੇ ਬਰਾਬਰ ਦਿੱਤੀ ਹੋਈ ਹੈ ਇਹ ਕਿਹਦੇ ਬਰਾਬਰ ਦਿੱਤੀ ਆ 960 ਦੇ। ਕੀ ਇੱਥੋਂ ਆਪਾਂ x ਕੱਢ ਸਕਦੇ ਹਾਂ। x ਕਿੰਨਾ ਆ ਗਿਆ ਆਪਣੇ ਕੋਲ x ਆ ਗਿਆ 960 ਗੁਣਾ 100 ਬਟੇ 48। ਇਹ ਆ ਗਿਆ 2000 ਸੈਂਟੀਮੀਟਰ। ਕਿੰਨੀ ਆ ਗਈ 2000 ਸੈਂਟੀਮੀਟਰ। ਸਮਝ ਆ ਗਈ ਚੀਜ਼। ਇਹ ਲੈਂਥ ਕਿੰਨੀ ਆ ਗਈ ਆਪਣੇ ਕੋਲ 2000 ਸੈਂਟੀਮੀਟਰ। ਸਮਝ ਆ ਗਈ ਨਾ ਕਿਸੇ ਨੂੰ ਕੋਈ ਡਾਊਟ।
ਇਹਦਾ ਮਤਲਬ ਹੁਣ ਮੈਂ ਇਹ ਸਵਾਲ ਕੱਢ ਸਕਦਾ ਜਿਹੜੇ ਮੈਂ ਤੁਹਾਨੂੰ ਕਹੇ ਆ, ਠੀਕ ਆ, ਕਿਉਂਕਿ ਇਹ ਜਸਟ ਮੈਂ ਇੱਕ ਉਹ ਕਨਸੈਪਟ ਕਲੀਅਰ ਕਰਾਉਣੇ ਸੀਗੇ, ਤਾਂ ਕਰਕੇ ਮੈਂ ਤੁਹਾਨੂੰ ਵਾਰ-ਵਾਰ ਇਹ ਕਹਿ ਰਿਹਾ ਸੀਗਾ ਕਿ ਇਹ ਬੜਾ ਜ਼ਰੂਰੀ ਹੈ ਸਵਾਲ। ਹਾਂਜੀ ਆ ਜਾਓ। 1/8 ਪੈਨਸਲ ਕਾਲੀ ਆ, ਪੈਨਸਲ ਦਾ ਕਿੰਨਵਾਂ ਹਿੱਸਾ ਕਾਲੀ ਆ? 1/8। ਬਈ ਜਦੋਂ ਮੈਂ ਤੁਹਾਨੂੰ ਇਹ ਕਹਿੰਦਾ ਹੁੰਦਾ ਕਿ ਇੰਨੇ ਪਰਸੈਂਟ 20% ਆਏ ਤਾਂ ਤੁਸੀਂ ਬਚੀ ਹੋਈ ਨੂੰ ਕਿੰਨੇ ਪਰਸੈਂਟ ਲਿਖਦੇ ਹੋ? 80। ਤੁਸੀਂ ਬਚੀ ਹੋਈ 80 ਆ, ਇਹ ਕਿਵੇਂ ਪਤਾ ਕਰਦੇ ਹੋ? ਤੁਹਾਨੂੰ ਪਰਸੈਂਟੇਜ 'ਚ ਕੁੱਲ ਕਿੰਨਾ ਮੰਨ ਕੇ ਚੱਲਦੇ ਹੋ? 100 ਮੰਨ ਕੇ ਚੱਲਦੇ ਹੋ ਨਾ। ਫਰੈਕਸ਼ਨ ਯਾਨੀ ਕਿ ਭਿੰਨ 'ਚ ਕੁੱਲ 1 ਮੰਨ ਕੇ ਚੱਲੀਦਾ। ਕੁੱਲ ਕਿੰਨਾ ਮੰਨ ਕੇ ਚੱਲੀਦਾ? 1। ਪੱਲੇ ਪੈ ਗਈ। ਬਸ ਇੰਨਾ ਹੀ ਕੀ ਫਰਕ ਆ ਫਰੈਕਸ਼ਨ ਤੇ ਭਿੰਨ 'ਚ। ਇਹ ਹਿੱਸਾ ਪੈਨਸਲ ਦਾ ਕਿਹੜਾ ਹੈ? ਬਲੈਕ। ਬਚੀ ਹੋਈ ਦਾ ਅੱਧਾ ਵਾਈਟ ਆ ਕਿ ਵੈਸੇ ਅੱਧਾ ਵਾਈਟ ਆ ਬਚੀ ਹੋਈ ਦਾ? ਪਹਿਲਾਂ 1/8 ਚੋਂ ਬਚੀ ਹੋਈ ਕੱਢ ਲਈਏ। ਬਚੀ ਹੋਈ ਕੱਢਣ ਵਾਸਤੇ 1/8 ਚੋਂ 8 ਨੂੰ ਕਿਹਦੇ ਚੋਂ ਮਾਈਨਸ ਕਰਨਾ ਪਊਗਾ? 1 ਚੋਂ। ਦੋ ਤਰੀਨੇ ਦੇ ਤਰੀਕੇ ਨੇ। ਇੱਕ ਤਾਂ ਐਵੇਂ ਆ ਜੀ 1/8, ਇੱਥੇ ਆ ਗਿਆ ਜੀ 1, 1 ਦਾ ਤੇ 8 ਦਾ ਲਘੁੱਤਮ ਕਿੰਨਾ ਆ ਗਿਆ? 8। 8 1 ਨਾਲ ਭਾਗ ਕਰਿਆ 8, 1 ਨਾਲ ਗੁਣਾ ਕੀਤਾ 8 -1 7/8। ਇੱਕ ਤਰੀਕਾ ਵੈਸੇ ਹੀ ਬੜਾ ਸੌਖਾ ਹੁੰਦਾ ਕਿ 8 ਚੋਂ 1 ਹਿੱਸਾ ਗਿਆ ਤੇ ਕਿੰਨੇ ਹਿੱਸੇ ਮਗਰ ਬਚੇ? 7। ਉਹ ਕਿੰਨੇ ਬਚੇ? 7। ਇਹਦਾ ਮਤਲਬ ਬਚਿਆ ਹੋਇਆ 7/8। ਪਰ ਇੱਕ ਗੱਲ ਯਾਦ ਰੱਖਿਓ, ਇਹ 7/8 ਆ ਨਾ, 7/8 ਹੀ ਆ। 1/8 ਚੋਂ 1 ਹਿੱਸਾ ਗਿਆ ਤੇ ਬਚਿਆ ਕਿੰਨਾ? 7/8। ਜੇ 3/8 ਚੋਂ ਬਚਿਆ ਹੋਇਆ ਕੱਢਣਾ ਹੈ ਤਾਂ 5/8, ਕਿਉਂਕਿ 8 ਚੋਂ 3 ਗਏ 5 ਰਹਿ ਗਏ। ਸੌਖਾ ਹੀ ਹੁੰਦਾ ਇੱਦਾਂ। ਆਹ ਸਮਝ ਆ ਗਈ? 7/8 ਕਹਿੰਦਾ 7/8 ਦਾ ਬਚਿਆ ਏ, ਇਹਦਾ ਵੀ ਕੀ ਭਲਾ? ਅੱਧ। ਅੱਧ ਕਿਵੇਂ ਕਰੀਦਾ? ਇਸ ਦਾ ਅੱਧ ਆਹੀ ਆ, ਜਾਂ ਅੰਗਰੇਜ਼ੀ ਵਾਲੇ ਕਹਿਣਗੇ ਹਾਫ ਆਫ 7/8। ਉਹ ਆਹੀ ਆ। ਆਫ ਦਾ ਮਤਲਬ ਹੁੰਦਾ ਗੁਣਾ। ਇਹਦਾ ਮਤਲਬ 7/8 ਦਾ ਵੀ ਅੱਧ ਕਿੰਨਾ ਬਚਿਆ? 7/16। ਇਹ ਕਿਹੜਾ ਹਿੱਸਾ ਹੈ ਉਹਦਾ? ਵਾਈਟ। ਤੇ ਹੁਣ ਇੱਕ ਗੱਲ ਦੱਸੋ, ਵਾਈਟ ਐਂਡ ਰਿਮੇਨਿੰਗ ਇਜ਼ ਬਲੂ, ਤੇ ਬਚਿਆ ਹੋਇਆ ਕਿਹੜੇ ਰੰਗ ਦਾ ਹੈ? ਬਲੂ। ਆਹ ਬਲੈਕ ਆ, ਆਹ ਬਲੈਕ, ਆਹ ਵਾਈਟ, ਉਹ ਬਲੂ। ਹੁਣ ਮੈਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਬਚਿਆ ਹੋਇਆ ਕਿਵੇਂ ਕੱਢੂੰਗਾ। ਰੂਲ ਇਹੀ ਆ, ਮੰਨ ਲਓ ਰੱਬ ਨਾ ਕਰੇ ਆਹ ਤੁਹਾਡੇ ਕੋਲ 20% ਆ, ਆਹ 32 ਆ, ਉਹ ਕਿਵੇਂ ਕੱਢੀਦਾ? 20 ਤੇ 32 ਨੂੰ ਜੋੜ ਲਈਦਾ ਤੇ ਕਿੰਨੇ ਚੋਂ ਘਟਾ ਦਈਦਾ ਸੀ? 100 ਚੋਂ। ਹੁਣ ਵੀ ਉਵੇਂ ਹੀ ਕਰਾਂਗੇ, ਬਟ ਹੁਣ 100 ਚੋਂ ਨਹੀਂ ਘਟਾਵਾਂਗੇ, ਹੁਣ ਕਿੰਨੇ ਚੋਂ ਘਟਾਵਾਂਗੇ? 1 ਚੋਂ, ਕਿਉਂਕਿ ਫਰੈਕਸ਼ਨ ਦੇ ਕੇਸ 'ਚ ਹਮੇਸ਼ਾ ਕਿੰਨੇ ਚੋਂ ਘਟਾਈਦਾ? 1 ਚੋਂ। ਠੀਕ ਆ। 1/8 ਤੇ 7/16 ਨੂੰ ਸਾਈਡ ਤੇ ਜੋੜ ਦਿਓ। 1/8 ਤੇ 7/16 ਹੈ ਨਾ, ਆਪੇ ਕਰਕੇ ਦੇਖਿਓ ਐਲਸੀਐਮ। ਠੀਕ ਆ। ਐਲਸੀਐਮ ਨਿਕਲ ਕੇ ਆਊਗਾ ਤੁਹਾਡਾ 7/, ਐਲਸੀਐਮ 8 ਦਾ ਤੇ 16 ਦਾ। ਛੋਟੇ ਤੋਂ ਛੋਟੇ ਟੇਬਲ 2 ਦੇ ਕੱਟੋ, ਫਿਰ 2 ਤੇ ਫਿਰ 2 ਤੇ ਫਿਰ 2 ਤੇ ਫਿਰ 4 ਵਾਰ ਕੱਟਿਆ ਜਾਊਗਾ ਤੇ ਕਿੰਨਾ ਆਨਸਰ ਆ ਜਾਊਗਾ ਭਲਾ? 16। 16 ਨੂੰ 8 ਨਾਲ ਭਾਗ ਕਰਿਆ, ਕਿੰਨਾ ਆ ਗਿਆ? 2। ਉੱਪਰਲੇ 1 ਨਾਲ ਗੁਣਾ ਕੀਤਾ 2। 16 ਨੂੰ 16 ਨਾਲ ਕੀਤਾ 1, ਉੱਪਰਲੇ ਦੇ ਨਾਲ ਕੀਤਾ ਕਿੰਨਾ ਆ ਗਿਆ? ਇਹ ਆ ਗਿਆ 9/16। ਬਈ ਬਸ ਇੰਨਾ ਦੱਸ ਦਿਓ ਮੈਨੂੰ। ਯਾਰ ਰੋਡ ਸੀਗੀ, ਠੀਕ ਆ, ਆਹ ਰੋਡ ਸੀਗੀ ਆਪਣੇ ਕੋਲ। ਆਪਾਂ ਇਦਾਂ ਕਰਦੇ ਹਾਂ, ਇੱਥੇ ਬਣਾ ਲੈਂਦੇ ਦੁਬਾਰਾ। 1 ਰੋਡ ਦਾ 1 ਹਿੱਸਾ ਕਿੰਨਾ ਸੀਗਾ? 1/8। ਉਹ ਆਹ ਕਿੰਨਾ ਸੀਗਾ? 7/16। ਦੋਵਾਂ ਨੂੰ ਜੋੜ ਕੇ ਕਿੰਨਾ ਆ ਗਿਆ? 9/16। ਉਹ ਦੋਵਾਂ ਨੂੰ ਜੋੜ ਕੇ ਕਿੰਨਾ ਆ ਗਿਆ? 9/16। ਉਹ ਆਹੀ ਆ ਗਿਆ। ਜੇਕਰ ਦੋਵਾਂ ਨੂੰ ਜੋੜ ਕੇ 9/16 ਆ ਗਿਆ ਤੇ ਬਚਿਆ ਹੋਇਆ ਦੱਸ ਸਕਦਾ ਕਿੰਨਾ ਹੈ? ਕਿੰਨਾ? ਨਹੀਂ, ਉਹ 7/16 ਸੀ ਕਿ 7/8 ਸੀ? ਅੱਛਾ, ਬਚੇ ਹੋਏ ਦਾ ਹਾਫ। ਅੱਛਾ, ਵੇ ਤਾਂ ਵੈਸੇ ਹੀ ਸੌਖਾ ਸੀਗਾ ਕਿ ਜੇ ਬਚੇ ਹੋਏ ਦਾ ਹਾਫ ਆਏ ਤੇ ਇੱਧਰ ਵੀ ਕਿੰਨਾ ਆਊਗਾ? ਹਾਫ ਹੀ ਜਾਊਗਾ। ਵੈਸੇ ਵੀ ਸੌਖਾ ਸੀ। ਚਲੋ ਫਿਰ ਵੀ ਆਪਾਂ ਟੋਟਲ ਵੀ ਜੋੜਨਾ ਤਾਂ ਕੋਈ ਚੱਕਰ ਨਹੀਂ। ਪਰ ਇੱਕ ਗੱਲ ਦੱਸੋ, 1/8 ਆ, ਬਾਕੀ ਜਿਹੜਾ ਬਚ ਗਿਆ ਉਹਦਾ ਅੱਧ। ਬਚੇ ਹੋਏ ਦਾ ਅੱਧ ਵੀ 7/16, ਬਚੇ ਹੋਏ ਦਾ ਅੱਧ ਵੀ 7/16। ਉਹ ਆਹ ਕਿਹੜੇ ਰੰਗ ਦਾ ਸੀਗਾ? ਬਲੈਕ। ਆਹ ਕਿਹੜੇ ਰੰਗ ਦਾ ਸੀਗਾ? ਵਾਈਟ। ਆਹ ਕਿਹੜੇ ਰੰਗ ਦਾ ਹੈ? ਬਲੂ। ਆਹ ਕਿਹੜੇ ਰੰਗ ਦਾ ਹੈ? ਬਲੈਕ ਦਾ। ਆਹ ਦੱਸੋ ਜੀ, ਗੱਲ ਕਲੀਅਰ? ਇਹਨਾਂ ਚੋਂ ਕਿਹੜੇ ਬਾਰੇ ਜਾਣਕਾਰੀ ਦਿੱਤੀ ਹੋਈ ਹੈ? ਸਭ ਤੋਂ ਬਲੂ ਬਾਰੇ। ਉਹ ਕਿੰਨਾ ਹੈ? ਕਿੰਨਾ? 3। ਇਹ ਬਟਿਆਂ 'ਚ ਆ ਤੇ ਉਹਨੂੰ ਕਿਸੇ ਨੇ ਕਹਿਤਾ ਕਿ ਕੁੱਲ ਲੰਬਾਈ x ਹੈ। ਇਹ ਕੁੱਲ ਲੰਬਾਈ ਕਿੰਨੀ ਆ? x। ਇਹ ਕੁੱਲ ਲੰਬਾਈ ਕਿੰਨੀ ਆ? x।
पॉइंट्स आंसर होने नहीं चाहिए, कितने ना कितने कैलकुलेशन मिस्टेक अपनी। क्वेश्चन कितने गड़बड़ आ, वो शीट हैगी है देखो टैलीग्राम से भाई, जब मैं भेजी पहला सिंपलीफिकेशन वाली बहुत पहला भेजी हुई है, वो ही है। चलो बाकी आप अगे चलते हैं, इस सवाल की कैलकुलेशन फिर देखते हैं, गड़बड़ इतनी हुई है कितने। ठीक है, आ जाओ, कोई नहीं, ये कोई प्रॉब्लम नहीं गा, आ जाओ आ जाओ। हाँ जी, नैक्सट कैलकुलेशन मिस्टेक है कितने भी हो सकती है, आ जाओ। ਜਾਂ क्वेश्चन च लिखण च कितने गड़बड़ हुई है। कहता अ क्रेट ऑफ मैंगोज कंटेन 1 ब्रूज्ड मैंगो फॉर एवरी 30 मैंगोज। ठीक है, ध्यान नाल समझियो। कहता हुण आ देखो, ये उन्होंने की गल कही हुई है। कहता एक ना अंबां दी क्रेट च हर 30 पिछे एक अंब खराब आ। पंजाबी वाले पंजाबी भी इस सवाल को पढ़ सकते हैं। ठीक है, कि हर अंबां दी प्लेट च 30 अंबां पिछे एक दागी अंब। ठीक है, जेकर हर 4 चों 3 दागी अंबां नूं वेचण योग नहीं मन्निया जाता, हर तकरीबन जे मतलब 30 पिछे एक अंब खराब आ। ठीक है, तो जे 4 अंब दागी हैगे आ, 4 अंब ब्रूज्ड मैंगोज ने, उन्होंने 4 चों 3 तो विकते नहीं, एक दे दाग फिर भी इन्ने थोड़े आ कि चल जाते हैं कि चला दो, कोई चक्कर वाली गल नहीं, कि वो तो वैसे दाग लग गया किते। 4 चों 3 दागी अंब जिहड़े आ वो खराब आ, हर 30 पिछे एक अंब दागी आ। तो क्वेश्चन तुहाडे सामने बड़ा सिंपल जिहा ये आ, कहंदा जी जेकर क्रेट दे विच 12 अंब विके ही नहीं, किन्ने अंब नहीं विके, 12 अंब विके ही नहीं, तो तुसीं ये दसो कि क्रेट च अंब किन्ने सीगे। इनू लाओ दिमाग, कैलकुलेशनस दे लाओ दिमाग कि की एनालिस करना आपां। लभ गई है शीट, हाँ वेट करो। ठीक है, तो आ लाओ जी दिमाग ये शीट का, उस सवाल देख लूँगा मैं दोबारा कराउणा, पर उन्हें च राह करो जी, आपां उन्होंने लास्ट देखांगे अज। ठीक है, जिहड़ा पिछला सवाल अपना रह गया ना, उन्होंने लास्ट देखते हैं। आ जाओ जी, हुण लाओ दिमाग, सोच के देखो, जे 30 अंब आ, इन्हां 30 चों चंगे अंब किन्ने आ, करैक्ट करैक्ट मतलब सही अंब, क्लीन साफ अंब, 30 चों किन्ने अंब साफ आ, 29, एक खराब आ, 30 पिछे एक अंब खराब आ। ठीक है, तो वेस्ट किन्ने अंब वेस्ट जाणगे भला, एक आही आ। 30 चों वेस्ट नहीं जाऊगा, 30 चों एक अंब की है भला दागी आ, 30 चों एक अंब दागी आ। हुण बड़े ध्यान नाल वेखियो, वैसे एक गल आ, इहो जिहे सवाल नूं आपां बड़े दिमाग नाल भी कर सकते हैं। जिवें सानूं किसी ने कहता कि हर 30 चों एक अंब दागी आ। ठीक है, किन्ने अंब दागी आ, एक पंग। तुसीं ये दसो हर 4 अंबां दागी अंबां चों किन्ने अंब वेस्ट हो जाते हैं, 3। जे आ एक दागी अंब आ, मैं इनू 4 च लैके जाना होवे तां एक नूं किन्ने नाल गुणा करा कि 4 बन जे, 4 नाल, इधर भी 4 नाल, इधर भी। बस ये दसो कि 120 चों किन्ने अंब दागी होणगे, 4। वो 120 चों किन्ने अंब दागी होणगे, 4। वो जे 30 चों एक अंब दागी आ तो 120 चों किन्ने अंब दागी आ, 4। मैं 4 ही क्यों लिखे, क्योंकि मैनू एक गल पता लग गई कि जेडे 4 दागी अंब आ ना, उन्हां 4 दागी अंबां चों एक की जाऊगा भला, वेस्ट जाऊगा। इत्थों तक पहुँचना सी मैं, क्योंकि 4 दागी अंबां चों एक वेस्ट जाता है। पर मैं ये भी सोचा कि जे 4 दागी अंब लभणे आ, आपां नूं कुल किन्ने अंबां नूं हत्थ पाउणा पऊगा कि आपां नूं 4 दागी अंब लग जाण। 30 चों एक दागी लभदा है, तो 4 दागी अंब किन्नियां चों लभणगे, 120 चों। इट मीनस हर 120 पिछे एक अंब दागी आ, सॉरी एक अंब की आ वेस्ट। हर 120 पिछे 4 अंब दागी आ, उन्हां 4 दागी अंबां चों, उन्हां 4 दागी अंबां चों एक अंब जिहड़ा है वो की आ, वेस्ट होगा। इट मीनस कहानी क्लीयर होगी कि साडे कोल 120 अंबां पिछे एक अंब वेस्ट होंदा है। पता लग गया, 120 पिछे एक अंब वेस्ट होंदा है। क्लीयर है सारिਆਂ ਨੂੰ? जे 120 अंबां पिछे एक अंब वेस्ट होंदा है तो तुसीं एक गल दसोगे क्वेश्चन के हिसाब नाल किन्ने अंब वेस्ट होए आ, 12। कहंदा 12 अंब मैं वेचे ही नहीं, कित्थे 30 पिछे किन्ने आ, नहीं एक गल दसो, रुको दोबारा 30 पिछे किन्ने अंब दागी है, 1। 30 पिछे किन्ने अंब दागी है, 1। 60 पिछे किन्ने अंब दागी होणगे, 2। 90 पिछे किन्ने अंब दागी होणगे, 3। ते 120 पिछे किन्ने होणगे, 4। आ लाइन समझ आ गई कि 120 पिछे 4 अंब दागी आ। हुण आ जाओ, नहीं समझ आई ये चीज़ बच्चे, क्लीयर है? देखो 30 चों एक अंब वेस्ट आ, वेस्ट नहीं दाग लगा होया है। तो 60 चों किन्ने होणगे, 30 नूं 2 नाल गुणा कर लो, 1 नूं 2 नाल गुणा कर लो। 120 चों किन्ने होणगे, 4। ਇਹਦਾ मतलब 30 ਨੂੰ 4 ਨਾਲ गुणा किया तो 120 अंब,
1 ਨੂੰ 4 ਨਾਲ ਗੁਣਾ ਕੀਤਾ ਤਾਂ 4 ਅੰਬ। 120 ਚੋਂ 4 ਅੰਬ ਦਾਗੀ निकल आए। पर मैनू एक गल दसो कि चारे दे चारे दागी अंब सुट दिंदे आ? चारां चों किन्ने दागी अंब, किन्ने 4 अंबां चों किन्ने दागी अंब जिहड़े वरते ही नहीं जाते? किन्ने जिहड़े वरते नहीं जाते? 3 सॉरी 4 चों 3 दागी अंब वरते नहीं जाते। मैं लिखता सी गलत 1। 4 चों 3 दागी अंब वरते नहीं जाते। आ क्लीयर हो गया? मतलब तुसी समझ के देखो, 4 चों 3 नहीं वरते गए। इट मीनस 120 चों लभे 4 दागी अंग, उन्हां दागी अंबां चों 3 खराब हो गए। इनडायरैक्टली मेरे कहने का मतलब ये आ कि 120 चों 3 अंब वेस्ट हो गए ना। 120 चों 3 अंब सेल ही नहीं होए। तो कुल सेल च कुल दुकान से किन्ने अंब सेल नहीं होए भला? 12। आ 3 ये 3 नूं 12 तक लैके जाना है। किन्ने ना गुणा करा? वो 3 नूं किन्ने ना गुणा करा कि 12 अजे 4। बई इत्थे भी मैं 4 ना गुणा कर दूँ, इत्थे भी मैं 4 ना गुणा कर दूँ, इत्थे भी मैं 4 ना गुणा कर दूँ। बस मैनू इन्ना दसो 120 नूं 4 ना गुणा कितना कितना आ गया? जे मैं 480 कुल अंब रखा तो मेरे निकलणगे 16 अंब दागी, उन्हां चों निकलणगे 12 अंब ना विकण योग। तो सवाल यही सीगा कि जेकर तुहाडे 12 अंब ना विकण योग ने, जेकर तुहाडे 12 अंब ना विकण योग ने तो कुल किन्ने अंब सी? तो कुल किन्ने अंब सीगे अपने कोल? कुल अंब सीगे 480। आ समझ आ गई गल? तो कुल अंब किन्ने सीगे? 480। कहानी समझ आ गई? इट मीनस बेशक बहुत सवाल इहो जिहा, देखो मैं शीट तो एवें तैयार करवाई सी कि इन्हां च एक्स बन जाए, पर शीट तैयार करने वाले ने एवें दे सवाल भी विच पाते जिन्हां च एक्स की लोड़ ही ना पवे। पर मैं गल ये कह रहा कि तुहाडा मौके ते दिमाग लगना चाहिए कि इस आपां नूं एक्स लैण की लोड़ आ कि नहीं। मीनस थोड़े च क्रिएटिविटी होनी चाहिए है। कुल मिला के ये तकरीबन 60-65 सवाल आ, ते 60-65 सवालों ते दिमाग लगूगा, सानू पता लगूगा कि असीं ये सवाल किवें हैंडल करने आ, किवें इन्हां दा असीं हल करना है। ठीक है, थोड़ा जिहा टाइम लगूगा सवालों को समझण च, पर मज़ा आऊगा करके। आ समझ आ गया सवाल? चलिए जी आप अगे नैक्सट अगले सवाल ते आ जाओ। अगला सवाल, हाँ हुण आ जाओ। कहंदा 4 रिंग ते 2 बैंगल्स। 4 रिंगां दी, रिंग समझ की हुंदी? छाप। 4 छापां दी ते 2 चूड़ियां दी कीमत 57,200 आ। ठीक है, कितनी है जी कीमत? 57,200। कहता 6 रिंग्स ते 3 बैंगल्स की कीमत कितनी होगी? वैसे मैथ पढ़न वाले एक असूल जानते आ कि जे किते 2 चीज़ां अननोन होण ना, 2 अनजान चीज़ां किसी सवाल च दित्तियां होण, तो सवाल का आंसर कढ़न वास्ते 2 समीकरण बनने चाहिए आ। ये रूल आ, अदरवाइज सवाल हो ही नहीं सकता। तुहानूं किसी ने कहता कि 3 पैन ते 4 पेंसिलों की कीमत 80 रुपए आ, दसो एक पेन किन्ने दा? इज इट पॉसीबल दसना? नहीं, एक होर दसना पऊगा कि 7 पेंसिलों ते 8 पेन इन्ने रुपए दे आ। 2 इक्वेशनां बन के सॉल्व होऊगा ना। बट इत्थे एवें दा कोई सीन है ही नहीं सीगा, सो आपां इत्थे उवें दा कुछ कर ही नहीं पाए। आ दसो जी, गल समझ आ गई चीज़? किसी को कोई डाउट ये? पर कई बारी की होंदा है इक्को समीकरण चों, इक्को ही इक्वेशन चों अपने को सवाल जिहड़ा है निकल सकता है, क्योंकि सवाल पाउण वाले ने सवाल की सैटलमेंट ही एवें करी हुंदी है कि वो इक्को नाल ही निकल जे। कि ये उन्हां सवालों चों हैगे जिहड़े एक नाल निकल जाणगे, इहदे ते आपां काम करते हैं। कहंदा 4 रिंग ते 2 बैंगल, 4x + 2y बराबर है कितना? 57,200। आही है 4 बैंगल प्लस फलां फलां 57,200। हुण आ जाओ, कहंदा किन्नियां दी पुछी उन्हें? 6x प्लस, मैं मन के चलिया कि एक रिंग की कीमत x है तो एक बैंगल की कीमत कितनी है जी? y। एक रिंग की कीमत x है तो एक बैंगल की कीमत कितनी है जी? y। ठीक है, नैक्सट समझ आ गई है चीज़? हुण आ जाओ अगे। आ समझ आ गया ना सारिਆਂ ਨੂੰ? कोई डाउट नहीं ये, तो डाउट रहना भी नहीं चाहिए यार, कोई मसला है ही नहीं ये। हुण की उत्थों ये निकल सकता? रूल ये कहता है कि 2 अननोन होण, 2 अनजान नंबर होण, तो 2 इक्वेशनां जरूरी है। पर कई बारी पेपर इस हिसाब नाल दिता हुंदा है कि सवाल निकल ही जाता है 4 चों ते 2 चों कुछ कॉमन हैगा कि 2 कॉमन बाहर कढ़ लो, ये चों 2 कॉमन बाहर कढ़ लो, अंदर की बचिया? जिहड़ी चीज़ इधर सारे नाल गुणा हो रही हो, परले पासे जाके सारे नाल की हो जूगी? डिवाइड। ये की बन गया? 2 नाल डिवाइड किया 28 दूनी 56, आ बन गया जी 28,600। हुण मैं 2x + y आ, तो मैनूं इत्थे की दिता होया 6x + 3y। जे मैं दोवें पासे 3 नाल गुणा करदा, 3 नाल गुणा करदा तो 2x की जगह तो कितना आ जाऊगा?
6x ਤੇ y ਦੀ ਜਗ੍ਹਾ ਤੇ ਕਿੰਨਾ ਆ ਜਾਊਗਾ 3y ਤੇ ਇੱਧਰ ਵੀ 3 ਨਾਲ ਗੁਣਾ ਕਰਨਾ ਹੀ ਪਊਗਾ ਬੈਲੈਂਸ ਕਰਨ ਵਾਸਤੇ 0 0 6 ਤੀਏ 18 ਕਿੰਨੇ ਨਾਲ ਗੁਣਾ ਕਰ ਰਿਹਾ 3 ਨਾਲ 6 ਤੀਏ 18 ਇੱਕ ਹਾਸਲ 8 ਤੀਏ 24 ਇੱਕ 25 2 ਹਾਸਲ ਤੇ 3 ਦੂਣੀ 6 ਤੇ 2 8 ਚੈੱਕ ਕਰਿਓ ਆਹੀ ਆ ਕੀ ਆਹੀ ਆਇਆ 85800 85800 ਇਹਦਾ ਆਨਸਰ ਆ ਗਿਆ। ਪਰ ਸੋਚ ਕੇ ਦੇਖੋ ਸਵਾਲ ਪਾਉਣ ਵਾਲੇ ਨੇ ਐਵੇਂ ਦਾ ਸਵਾਲ ਪਾਇਆ ਜੇ ਇੱਥੇ 3 ਨਾਲ ਗੁਣਾ ਕਰਕੇ 6x + 3y ਤਾਂ ਬਣ ਗਿਆ ਜੇ ਕਿਤੇ ਉਹਨੇ 6x + 5y ਦਾ ਜਵਾਬ ਪੁੱਛਿਆ ਹੁੰਦਾ ਕੀ ਇਹ ਪੋਸੀਬਲ ਸੀਗਾ ਕਿ ਆਨਸਰ ਆ ਜਾਂਦਾ ਨਹੀਂ। ਇਟ ਮੀਨਸ ਇੱਕ ਇਕੁਏਸ਼ਨ ਚੋਂ ਦੋ ਅਨਨੋਨ ਵਾਲਾ ਸਵਾਲ ਤਾਂ ਹੀ ਨਿਕਲ ਸਕਦਾ ਹੈ ਜੇ ਉਹ ਇੱਕ ਰੇਸ਼ੋ 'ਚ ਦਿੱਤਾ ਹੋਵੇ ਇੱਕੋ ਅਨੁਪਾਤ 'ਚ ਦਿੱਤਾ ਹੋਵੇ ਤੇ ਰੇਅਰੈਸਟ ਆਫ ਦੀ ਰੇਅਰੈਸਟ ਕੇਸ 'ਚ ਆਪਣੇ ਕੋਲ ਇਹੋ ਜਿਹਾ ਜਵਾਬ ਆ ਸਕਦਾ ਹੈ ਅਦਰਵਾਈਜ਼ ਨਹੀਂ ਆਉਂਦਾ। ਮੇਰੀ ਗੱਲ ਸਮਝ ਗਏ ਨਾ। ਸੋ ਕਈ ਵਾਰੀ ਹੁੰਦਾ ਹੈ ਬਹੁਤ ਰੇਅਰ 5% ਕੇਸਿਸ ਦੇ ਵਿੱਚ ਇਹ ਆਨਸਰ ਆਉਂਦੇ ਆ ਠੀਕ ਹੈ। ਸੋ ਆਹ ਗੱਲ ਸਮਝ ਆ ਗਈ ਚੰਗੀ ਤਰ੍ਹਾਂ। ਨੈਕਸਟ ਦੇਖ ਲਓ ਜੇ ਕਿਸੇ ਨੂੰ ਕੋਈ ਡਾਊਟ ਆ ਅੱਗੇ ਆ ਜਾਓ ਜੀ ਆਪਣੇ ਕੋਲ ਅਗਲਾ ਸਵਾਲ क्वेश्चन पढ़ो ठीक है। हुण तो PPSC इहो ਜਿਹੇ रंग दिखाऊगी जिन्होंने रंग देख लिया मैथ रीजनिंग वाले वहम निकल गए होणगे पर आपां नूं ये आ हजे भी मेरी एक सलाह है कि बेसिक मैथ्स नूं बहुत ध्यान नाल ठीक है मैथ्स की जिहड़ी किताब भी हैगी है उन्होंने चंगी तरह थॉरोली करियो। देयर आर सर्टेन नंबर ऑफ बेंचिज इन अ क्लासरूम कि एक क्लासरूम च कुछ बेंच ने ठीक है। इफ 4 क्योंकि असल च पता की है असीं इन्हां सवालों नूं बहुत बच्चे इहो जिहे आ जिहड़े इन्हां सवालों नूं इस करके कर लैंदे आ कि RS अग्रवाल दे सवाल आ रटे रटाए आ ये ना मन के चलो कि किसी किताब के सवाल आ ये सवाल इन्ना वधिया सवाल है ना जिन्हें तो ये किसी तो करके फेर करिया वो तो नहीं कामयाब PPSC के अगले पेपर च बहना डिजर्व ही नहीं करूगा। जिन्हें ये आप जिन्हें आ सवाल करे हुए आ वो तो एक ही गल कह सकता कि इहो जे टाइप के नवे सवाल दसो सानू क्योंकि पेपर च जिहड़ा सवाल आऊगा देखो इस बार उन्होंने सारे सवाल उस ही रैड बुक चो पाए सी। मैं तुहानूं चैट बॉक्स च भी शेयर की सी वो किताब कि बई आही गेट की किताब आ ਚੱਕ के उस किताब चो जे सवाल जी वाली चो नहीं सी पाए तो तुसीं मैनूं आप कह दिओ कुछ नहीं हुण तुहाडे कोल किताब भी होऊगी तुहाडे कोल क्वेश्चन पेपर भी है नैब दा इन्ना टाइम भी होगा कि अगले पेपर की तरीक भी नहीं आई ठीक है तो तुसीं आराम नाल बैठ के कंपेयर भी कर सकते हो कि सवाल आए है कि नहीं। होर तो होर मैं तो ये देखदा ना एक यूट्यूब ते वैन डायग्राम की वीडियो पाई सीगी वैन डायग्राम 2 600 ਕੁ ਜਣਿਆਂ ਨੇ ਦੇਖੀ ਸੀ ਤੇ 3 ਸਵਾਲ ਸਿੱਧੇ ਨਿਕਲਦੇ ਸੀ ਉਹਦੇ ਨਾਲ मतलब ਉਹ ਵੀ ਕੱਲ ਇੱਕ ਵੈਨ ਡਾਇਗਰਾਮ ਦਾ ਸਵਾਲ ਸੀਗਾ 3 ਦੇ 3 ਸਵਾਲ ਨਿਕਲ ਜਾਣੇ ਸੀ ਜੇ ਕਿਸੇ ਨੇ ਉਹ ਦੇਖੀ 3 ਸੀ 4 ਸੌਰੀ 4 ਸਵਾਲ ਸੀਗੇ ਉਹਦੇ ਇੱਕੋ ਦੇ ਹੀ ਤੇ ਉਹ ਐਵੇਂ ਦਾ ਵੈਨ ਡਾਇਗਰਾਮ ਹੈ ਹੀ ਨਹੀਂ ਸੀ ਜਿਹੜਾ ਕਿਸੇ ਪੇਪਰ ਕਿਤਾਬ 'ਚ ਪਹਿਲਾਂ ਹੋਵੇ बस उसे किताब चो सीगा। असल च की सीगा हुण PPSC UPSC की बजाय GRE GMAT इन्हां नाल हो गई है वो जिहड़े पेपर पाउंदे उन्हां दे जवाक भी GMAT दे पेपर दिंदे आ बाहर वाले ते कदी GMAT दे सवाल देखिया करो जे किसी ने कदी कोई पेपर दवे तां ओहदी मैथमैटिकल रीजनिंग दे सवाल देखिया करो किड्डे अल्टीमेट आउंदे आ ठीक है। सो अपने आप नूं बदलदे जमाने नाल बदलदे जाओ ठीक है। तुहाडे चों बहुत बच्चे इहो जिहे आ जिहड़े पुरानियां तैयारियां कर रहे हैं 4-4 मैं हमेशा कहना हुन्ना कि पेपर किन्ना दा नहीं क्लीयर होंदे ਜਿਹੜੇ पिछले 3-4 ਸਾਲਾਂ ਉਹਦੇ ਤਿਆਰੀ ਕਰ ਰਹੇ ਆ ਉਹਨਾਂ ਦਾ ਪੇਪਰ ਤਾਂ ਭੁੱਲ ਜਾਣ ਉਹਦੇ ਨਾ ਕਲੀਅਰ ਹੋਣ ਦੀ ਇੱਕ ਵਜ੍ਹਾ ਇਹ ਆ ਉਹਨਾਂ ਨੂੰ ਇਹੀ ਨਹੀਂ ਸਮਝ ਆ ਰਹੀ ਕਿ ਸਾਨੂੰ ਆਉਂਦਾ ਕੀ ਨਹੀਂ ਕਿਉਂਕਿ ਉਹਨਾਂ ਨੂੰ ਸਭ ਕੁਝ ਲੱਗੀ ਜਾਂਦਾ ਕਿ ਸਾਨੂੰ ਆਉਂਦਾ ਹੈ। ਜਿਹੜੇ ਨਵੇਂ ਰੰਗਰੂਟ ਆ ਨਵੀਂ ਤਿਆਰੀ ਕਰਦੇ ਆ ਨਵੇਂ ਜ਼ਮਾਨੇ ਨਾਲ ਬੈਠੇ ਹੁੰਦੇ ਉਹਨਾਂ ਨੂੰ ਪਤਾ ਹੈ ਉਹ ਤਾਂ ਬੋਝ ਆ ਵਿਚਾਰੇ ਨਵੇਂ ਉਹਨਾਂ ਨੂੰ ਜੋ ਮੈਂ ਕਹਿਤਾ ਜਾਂ ਮੇਰੇ ਵਰਗੇ ਪੜਾਉਣ ਵਾਲੇ ਨੇ ਜੋ ਕਹਿਤਾ ਉਹੀ ਸੱਚ ਆ। ਅਸਲ 'ਚ ਜਿਹੜਾ ਪੜਾਉਣ ਵਾਲਾ ਉਹਨੂੰ ਤਾਂ ਪਤਾ ਹੁੰਦਾ ਨਾ ਕਿ ਅੱਜ ਦਾ ਜ਼ਮਾਨਾ ਕੀ ਹੈ ਚਾਹੇ ਮੈਂ ਹੋਵਾਂ ਚਾਹੇ ਕੋਈ ਵੀ ਆ ਨਵੇਂ ਹਿਸਾਬ ਨਾਲ ਨਵੀਂ ਤਿਆਰੀ ਕਰਨੀ ਪਊਗੀ ਤਾਂ ਪੇਪਰ ਕਲੀਅਰ ਹੋਣਗੇ। ਪੇਪਰਾਂ ਦਾ ਪੈਟਰਨ ਹਰ ਸਾਲ ਬਦਲਦਾ ਹੈ। PPSC ਨੇ ਪਿਛਲੇ 5 ਸਾਲਾਂ 'ਚ ਆਪਣੇ ਪੇਪਰ ਪਾਉਣ ਦਾ ਤਜਰਬਾ 5 ਵਾਰ ਬਦਲ ਲਿਆ ਤਾਂ ਓਬਵੀਅਸ ਜੀ ਗੱਲ ਆ ਜਾਂ ਤਾਂ ਤੁਸੀਂ ਉਸ ਰਫਤਾਰ ਨਾਲ ਆਪਣੇ ਆਪ ਨੂੰ ਬਦਲ ਲਓ ਨਹੀਂ ਤਾਂ 2018 ਦੇ ਤਜਰਬਿਆਂ ਨਾਲ 2022 ਦੇ ਪੇਪਰ ਤਾਂ ਨਹੀਂ ਹੋ ਸਕਦੇ ਇਹ ਮੇਰੇ ਤੋਂ ਲਿਖਵਾ ਲਓ। ਤਾਂ ਫਿਰ ਹਰ ਵਾਰ ਇਹੀ ਹੁੰਦਾ ਬਹੁਤ ਸਾਰੇ ਬੱਚਿਆਂ ਦੀ ਸ਼ਿਕਾਇਤ ਹੁੰਦੀ ਹੈ ਕਿ ਜਿਹੜੇ ਨਵੇਂ ਆ ਜੀ ਉਹ ਲੱਗ ਰਹੇ ਆ ਲੱਗਣਗੇ ਪੁਰਾਣੇ ਵਾਲਿਆਂ ਨੂੰ ਇਹੀ ਨਹੀਂ ਸਮਝ ਆ ਰਹੀ ਕਿ ਅਸੀਂ ਤਿਆਰੀ ਕਿਵੇਂ ਕਰੀਏ ਆਪਣੀ ਬਿਕੋਜ਼ ਉਹਨਾਂ ਨੂੰ ਆਪਣੀ ਤਿਆਰੀ ਤੇ ਜਿਹੜਾ ਮਾਣ ਹੁੰਦਾ ਹੈ ਤੇ ਜਿਹੜਾ ਉਹਨਾਂ ਦਾ ਮਾਣ ਟੁੱਟਣਾ ਹੁੰਦਾ ਉਹਦੇ ਵਿਚਲਾ ਫ੍ਰਿਕਸ਼ਨ ਹੀ ਇੰਨੀ ਕੁ ਵਧੀ ਹੋਈ ਆ ਉਹ ਉਲਝ ਜਾਂਦੇ ਉਸੇ ਚੀਜ਼ 'ਚ ਹੀ ਉਲਝੇ ਬੈਠੇ ਆ। ਖੈਰ ਆਓ ਜੀ ਲਾਉਨੇ ਆਪਾਂ ਇਸ ਸਵਾਲ ਦੇ ਦਿਮਾਗ ਕਹਿੰਦਾ ਜੀ ਇੱਕ ਕਲਾਸਰੂਮ 'ਚ ਕਈ ਬੈਂਚ ਪਏ ਆ ਬਹੁਤ ਬੈਂਚ ਨੇ ਜੇਕਰ 4 ਸਟੂਡੈਂਟ ਇੱਕ ਬੈਂਚ ਤੇ ਬਹਿਣ ਤਾਂ 3 ਬੈਂਚ ਖਾਲੀ ਰਹਿ ਜਾਂਦੇ ਆ ਜੇਕਰ 3 ਸਟੂਡੈਂਟ ਇੱਕ ਬੈਂਚ ਤੇ ਬਹਿਣ ਜੇਕਰ 3 ਸਟੂਡੈਂਟ ਸਿਟ ਔਨ ਈਚ ਬੈਂਚ ਦੈਨ 3 ਸਟੂਡੈਂਟਸ ਰਿਮੇਨ ਸਟੈਂਡਿੰਗ ਤਾਂ 3 ਬੱਚਿਆਂ ਨੂੰ ਖੜੇ ਹੋਣਾ ਪੈਂਦਾ ਹੈ। ਦੱਸੋ ਜੀ ਕਲਾਸ 'ਚ ਕਿੰਨੇ ਬੱਚੇ ਸੀਗੇ। ਸੋ ਆਹ ਕਹਾਣੀ ਆ ਦੇਖੋ ਅਸਲ 'ਚ ਕੀ ਆ ਇਹੋ ਜਿਹਾ ਸਵਾਲ ਆ ਪੇਪਰ 'ਚ ਜੇ ਤੁਸੀਂ ਇਹਨੂੰ ਇੱਕ ਰੱਟਿਆ ਹੋਇਆ ਸਵਾਲ ਮੰਨ ਕੇ ਚੱਲੋਗੇ ਤਾਂ ਜਿਵੇਂ ਮਰਜ਼ੀ ਕਰ ਲਓ ਪਰ ਇਹ ਸਵਾਲ ਪਤਾ ਕੀ ਆ ਕੱਲ੍ਹ ਨੂੰ ਪੇਪਰ 'ਚ ਆਊਗਾ ਸਭ ਕੁਝ ਬਦਲ ਜਾਣਾ ਇਹਦੇ 'ਚ। ਉਹ ਕਹਿਣਗੇ ਜੀ ਇੱਕ ਨਾ ਰੈਕਟੈਂਗਲ ਸੀਗਾ
ठीक है। एक बॉक्स जिहा सी रैक्टेंगुलर बॉक्स, वो डब्बे आ, जे इधर ਨੂੰ ਇੰਨੇ ਡੱਬੇ ਕਰ ਦਈਏ ਤਾਂ ਇਧਰੋਂ ਇੰਨੇ ਥੁੱਟ ਜਾਂਦੀਆਂ ਲਾਈਨਾਂ, ਜੇ ਇਧਰ ਨੂੰ ਇੱਦੇ ਕਰ ਦਈਏ ਤਾਂ ਲਾਈਨਾਂ ਇੰਨੀਆਂ ਬਣਦੀਆਂ। ਐਵੇਂ ਦਾ ਸਵਾਲ ਹੀ ਆ। ਡੱਬਿਆਂ 'ਚ ਪਾ ਦੇ, ਅਗਲਾ ਕਲਾਸ ਦੇ ਬੈਂਚਾਂ 'ਚ ਬਿਠਾ ਦੇ, ਪਰ ਇੱਕ ਗੱਲ ਤੁਹਾਨੂੰ ਸਮਝ ਹੋਗੀ ਕਿ ਉਹ ਤੁਹਾਨੂੰ ਕਰਾਉਣਾ ਕੀ ਚਾਹੁੰਦਾ। ਇਧਰ ਨੂੰ ਹੁੰਦੀਆਂ ਕੀ ਰੋ, ਤੇ ਥੱਲੇ ਨੂੰ ਕੀ ਹੁੰਦੇ ਆ ਕਾਲਮ। ਉਹ ਅਸਲ 'ਚ ਤੁਹਾਨੂੰ ਰੋ ਤੇ ਕਾਲਮ 'ਚ ਲਿਜਾਉਣਾ ਚਾਹੁੰਦਾ। ਜਿੰਨੇ ਪੰਜਾਬੀ 'ਚ ਨੋਟ ਕਰਨਾ ਹੋਊਗਾ ਸਵਾਲ ਪਈਆ, ਸਵਾਲ ਪੰਜਾਬੀ 'ਚ ਲਿਖਿਆ, ਪੰਜਾਬੀ ਵਾਲੇ ਪੰਜਾਬੀ 'ਚ ਦੇਖ ਲਓ, ਇਹਦਾ ਸਕਰੀਨਸ਼ਾਟ ਲਓ ਤੇ ਆ ਜਾਓ। ਹੁਣ ਸਵਾਲ ਆਪਾਂ देखो जी, मेन लैंगुएज तो इंग्लिश ही है, ठीक है। इंग्लिश वालों इंग्लिश ही समझ आऊगा, पंजाबी वालों सवाल मैं पंजाबी दिखाता कि पंजाबी भी हैगा, तुसीं कर सकते हो। हुण समझो एक गल, कहता कुछ बेंच ने, कुल किन्ने ने मैनूं नहीं पता, ये कुल बेंच किन्ने ने ये नहीं आपां नूं पता। कहता इफ 4 स्टूडेंट सिट ऑन द ईच बेंच, जेकर इधर नूं 4 बच्चे बहन, इधर नूं किन्ने बच्चे बहन, 4 बच्चे बहन, जेकर 4 बच्चे बहन तो कहता 3 बेंच रमेन अनओकूपाइड, 3 बेंच खाली रह जाते हैं। इधर नूं कुल बेंचां की गिनती एक्स आ, इधर नूं कुल आ देखो ना, इधर नूं एक बेंच आ लग्या होया, एक बेंच आ लगा होया, ठीक है, एक बेंच आ लगा होया, सीटां 4 वाले आ, पर कदी 4 बिठा दिंदे आ, कदी इधर नूं बेंचां की गिनती कितनी है जी एक्स, किन्ने बेंच आ जी एक्स बेंच आ, वो ठीक है। जेकर एक बेंच ते किन्ने जाने बिठाने आपां, जेकर एक बेंच ते आपां 4 बिठा, किन्ने बिठाने आ 4, दैन 3 बेंचिज रिमेन अनओकूपाइड। इधर नूं तुसीं 4 बिठाने आ, इधर नूं किन्ने बिठाने आ 4। मान लो एक बेंच ते 4 जाने बिठाने आ ते बेंच 5 आ, दसो कि क्लास च गिनती कितनी है बच्चों की 20, 4 गुणा 5 20। जे एक बेंच ते तुसीं 2 बच्चे बिठाउंदे हो ते लैना 10 आ, ते किन्ने बच्चे आ क्लास च 20। जे एक बेंच ते 7 जने बहिंदे आ ते बेंचां दीयां लैना लगियां तुहाडे कोल 9, तो क्लास च किन्ने बच्चे आ 9 × 7 63 63। कोई डाउट इहदे च? हाँ, तुहाडे कोल मान लो बेंच कोलां दी गिणती सी एक्स, किन्ने बेंच सीगे एक्स, थल्लेओ किन्ने खाली रह गए 3। जे 3 बेंच खाली रह गए, 3 बेंच खाली रह गए थल्लेओ, तो एक गल दसो कि किन्ने बेंच आ जिहड़े भरे आ, भरे एक्स चों 3 घट ने, एक्स - 3 वाही भरे आ। वो किन्ने बेंच भरे आ, एक्स चों 3 घटा दो, वो आही आ। जेकर तुहाडे कोल एक्स बेंच ने ते 3 बेंच खाली रह गए, तो किन्ने बेंच भरे आ तुहाडे कोल एक्स - 3। एक सिंपल जिहा कॉन्सैप्ट आ। एक बेंच ते किन्ने बच्चे बिठाए तुसीं 4, एक बेंच ते बच्चे बिठाए हुण 4 ते तुहाडे कोल बेंच भरे आ एक्स - 3। जिन्ने एक बेंच ते बच्चे बिठाए आ गुणा जिन्ने बेंच आ, इत्थों क्लास के कुल बच्चों की गिणती नहीं पता लगूगी, लग जूगी। इट मीनस इत्थों क्लास के कुल बच्चे पता लग गए 4 × एक्स - 3। सवाल पलट दो, कहता नहीं एक बेंच ते 3 बिठाए आ, हुण किन्ने बिठाए आ 3 बिठाए आ। कहता किन्ने बेंच सीगे एक्स, एक बेंच ते किन्ने बिठाए आ 3। हुण दसो बच्चों की गिणती कितनी है, हुण बच्चों की गिणती आ 3 × एक्स, सारे बेंच भर गए, प्लस 3 किन्ने बच्चे जिहड़े खड़े रह गए, वो किन्ने बच्चे जिहड़े खड़े रह गए 3, इच 3 होर जोड़ दो क्योंकि 3 बच्चे होर खड़े रह गए अजे। 3 × एक्स प्लस 3 आ समझ आ गई कि 3 × एक्स ਜਿਹੜੇ बच्चे बेंचां ते बह गए जमा 3 बच्चे होर ਜਿਹੜੇ खड़े रह गए। तो तुसीं कुछ नहीं करना, तुसीं किहा जी सानूं नहीं समझ आया, एक पासे ਤਾਂ ਬੱਚਿਆਂ ਦੀ ਗਿਣਤੀ ਸੀ 4 × एक्स - 3, एक पासे ਸੀ 3 एक्स ਉਸ 'ਚ ਵੀ ਜਮਾ 3। कि इत्थों तुसीं एक्स नहीं सी कढ़ सकते, वैरी ईजी की है जी 4। ਇਹਦਾ मैथ की वो इक्वेशन ਜਿਹੜੀ मैं कल कराई है बराबर है 3x + 3 आ इधर गया, 4x - 3x कितना आ गया x आ उधर गया, x बराबर है 15। वो x कितना आ गया 15। जेकर मैं x ਨੂੰ 15 ਮੰਨ ਕੇ ਚੱਲਾਂ ਤਾਂ क्लास 'ਚ ਬੱਚੇ ਕੱਢਣੇ ਆ 4 × x - 3। ਵਟ ਇਜ਼ 15 - 3 12, ਤੇ ਵਟ ਇਜ਼ 12 × 4 48। ਨਹੀਂ ਕੱਢਣੇ ਇਧਰੋਂ ਇਧਰੋਂ ਆ ਜਾਓ। 3 × x ਵਟ ਇਜ਼ 3 × 15 45 जमा 3 कितना है 48। भावें बच्चे इधरों कढ़ दो भावें उधर कढ़ दो, सवाल आ जाना। किसी को कोई डाउट? इट मीनस क्लास के बच्चों की गिणती कितनी सी अपने को 48। आ दसो जी क्लीयर है गल? इट मीनस सानू ये गल समझ आ गई कि असीं ये सवाल जिहड़े आ जी किवें करने आ। ठीक है, असीं अगले सवाल जिहड़े आ वो अगले लैक्चर च मैं मन के चलदा कि बेसिक मैथ के मैं 2 लैक्चर होर लाऊंगा, सारे सवाल नहीं सॉल्व कराऊंगा, पर अगे जाके मैं सिर्फ इक्वेशनां बनवाऊंगा तुहाडे कोल सवालों दीयां, इस तो अगे नहीं। शायद होप उम्मीद ये करदा मैं कि अगले लैक्चर च जां उस तो अगले लैक्चर च इनू खत्म कर दूंगा मैं बेसिक मैथ नू। इस तो बाद ये भी गल क्लीयर आ, जिन्नियां मैथ दीयां शीट्स ने तुहाडीआं, जिन्नियां तुहाडीआं मैथ दीयां शीट्स ने ये सारियां मैं खुद सॉल्व करा के, ठीक है, थोड़े टैब उहदे च ग्रुप च सारियां जिथे एक चैप्टर खत्म होया करूगा जिवें एवरेज आ, ठीक है, तुसीं ये मन के चलो कि तुहानूं एवरेज की शीट हजे मिली नहीं। उहदी वजह एक क्योंकि जिहड़ी एवरेज की शीट मैं पाई सी ना वो इन्नी अप टू दी लैवल नहीं सीगी,
ਉਹਦੀ ਸ਼ੀਟ ਦੁਬਾਰਾ ਬਣ ਰਹੀ ਆ ਤੇ ਦੁਬਾਰਾ ਅਪਲੋਡ ਹੋਊਗੀ। ਉਹ ਸਵਾਲ ਕਰ ਲਓ ਜਿਹੜੇ ਹੈਗੇ ਆ। ਅਜੇ ਤਾਂ ਮੈਂ ਤੁਹਾਨੂੰ ਸਿੰਪਲੀਫਿਕੇਸ਼ਨ 1 ਸਿੰਪਲੀਫਿਕੇਸ਼ਨ 2 ਬੇਸਿਕ ਮੈਥਸ ਸੰਬੰਧੀ ਸ਼ੀਟ ਪਈ ਆ ਚੈਟ ਬਾਕਸ 'ਚ, ਤੇ ਜਿੰਨੀਆਂ ਵੀ ਸ਼ੀਟਾਂ ਪੈਣਗੀਆਂ ਇਹ ਸਾਰੀਆਂ ਮੈਂ ਫੁੱਲ ਫਲੈਜ ਸੋਲਵ ਕਰਾਉਣੀਆਂ, ਠੀਕ ਆ। ਅਰਥਮੈਟਿਕ ਦੀ ਸ਼ੀਟ ਸੋਲਵ ਨਹੀਂ ਕਰਾਉਣੀ, ਕਿਉਂਕਿ ਮੈਂ ਜਿਹੜੇ ਅਰਥਮੈਟਿਕ ਦੇ 10 ਲੈਕਚਰ ਕਰਾਏ ਆ ਉਹਨਾਂ 'ਚ ਹੀ ਕਰਾਈ ਆ। ਵੈਨ ਡਾਇਗਰਾਮ ਦੀ ਸ਼ੀਟ ਸੇਮ ਐਵੇਂ ਹੀ ਆਊਗੀ ਤੁਹਾਡੀ ਐਪ 'ਚ ਚੈਟ ਬਾਕਸ 'ਚ, ਠੀਕ ਆ। ਵੈਨ ਡਾਇਗਰਾਮ ਉਹ ਹੁਣ ਕਰ ਲਿਓ ਕਿਉਂਕਿ PPSC ਦੇ ਫੇਵਰੇਟ ਆ, ਠੀਕ ਆ। ਬੜਿਆਂ ਨੇ ਰੌਲਾ ਪਾਇਆ ਸੀਗਾ ਕਿ ਜੀ ਇੱਦਾਂ ਕਰੋ ਜੀ, PPSC ਦਾ ਪੇਪਰ ਆ ਰਿਹਾ, ਤੁਸੀਂ ਡਾਟਾ ਇੰਟਰਪ੍ਰੀਟੇਸ਼ਨ ਕਰਾਈ ਨਹੀਂ। ਉਹ ਮੈਂ ਕਿਹਾ PPSC ਨੂੰ ਉੱਥੇ ਖੜ ਕੇ ਨਾ ਸੋਚੋ ਜਿੱਥੇ PPSC ਆ। PPSC ਹਰ ਵਾਰ ਅੱਗੇ ਵਧ ਰਹੀ ਹੈ, ਸੋ ਪਲੀਜ਼ PPSC ਦੀ ਸੋਚ ਨੂੰ ਸਮਝੋ। ਹੁਣ ਤੁਸੀਂ ਮੈਨੂੰ ਇਹ ਪੁੱਛੋਗੇ ਕਿ ਕੋਆਪਰੇਟਿਵ ਦੇ ਪੇਪਰ 'ਚ ਕੀ ਹੋਊਗਾ, ਮੈਂ ਹੁਣ ਤੋਂ ਪ੍ਰੈਡਿਕਸ਼ਨ ਕਰ ਦਿੰਦਾ, ਇੱਕ ਪਰਮੂਟੇਸ਼ਨ ਕਰ ਜਿਓ, ਇੱਕ ਕੰਬੀਨੇਸ਼ਨ ਕਰ ਜਿਓ, ਇੱਕ ਪ੍ਰੋਬੈਬਿਲਟੀ ਕਰ ਜਿਓ। ਹੁਣ ਆਉਣ ਵਾਲਾ ਜ਼ਮਾਨਾ ਇਹਨਾਂ ਦਾ ਹੈ, ਠੀਕ ਆ। ਸੋ PPSC ਨੂੰ ਅਗਲੇ ਤਾਂ ਹਾਂ ਇੱਕ ਚੈਪਟਰ ਹੋਰ ਕਰ ਜਿਓ ਰਿਮਾਈਂਡਰ ਥਿਊਰਮ ਵਾਲਾ। ਹੁਣ PPSC ਨੇ ਜੇ ਰਿਮਾਈਂਡਰ ਥਿਊਰਮ ਦਾ ਸਵਾਲ ਨਾ ਪੁੱਛਿਆ ਤਾਂ ਮੈਨੂੰ ਆ ਕੇ ਫੜ ਲਿਓ। ਜੇ ਪਰਮੂਟੇਸ਼ਨ ਕੰਬੀਨੇਸ਼ਨ ਪ੍ਰੋਬੈਬਿਲਟੀ ਦਾ ਸਵਾਲ ਨਾ ਆਇਆ ਤਾਂ ਮੈਨੂੰ ਕਹਿ ਦਿਓ ਆ ਕੇ। ਅਸਲ ਦੇ ਵਿੱਚ ਗੱਲ ਇਹ ਨਹੀਂ ਕਿ PPSC ਐਵੇਂ ਕਿਉਂ ਕਰ ਰਹੀ ਹੈ। PPSC ਕੁਛ ਨਹੀਂ ਕਰ ਰਹੀ, ਅਸੀਂ ਕੀ ਕਰ ਰਹੇ ਹਾਂ, ਅਸੀਂ ਉਹਨੂੰ ਬੈਕ ਸਾਈਡ ਤੋਂ ਫੋਲੋ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਥੋੜਾ ਜਿਹਾ ਸਮਝੋ ਤਾਂ ਸਹੀ ਕਿ PPSC ਜਾ ਕਿਹੜੇ ਪਾਸੇ ਨੂੰ ਰਹੀ ਹੈ। ਸੋ ਅੱਜ ਵਾਸਤੇ ਇੰਨਾ ਹੀ ਬਹੁਤ ਆ, ਅੱਗੇ ਚੱਲਦੇ ਹਾਂ ਜੀ ਫਿਰ।